जी की फतेह नानक है नाम निरंकारी पेख जाना हतरी की जात गोद मेली मन जानिए कह संतवाग तुम आप निरंकारी कहे पुत्र बताए हम कौन तो प्रमानिए रावण तो संत रूप मतो है अनूप शुभ भय निरंकार हूँ भेद ना पछानिए ऐसी कहने वाली करते चार शाप लोटे के समेत तारे दीनी सो प्रधानी है वाहिगुरू जी का खालसा वाहिगुरू जी की फतेह। राजम राज पानान पान दीवान दी उपमा महान सतगुरु ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਉੱਚੀ ਤੇ ਸੁੱਚੀ ਪਾਵਨ ਗੋਦੀ ਵਿੱਚ ਆਓ ਗੁਰੂ ਕੀ ਸੰਗਤ ਹਰ ਰੋਜ਼ ਪ੍ਰੇਮ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਕਥਾਵਾਂ ਸੁਣਨ ਵਾਸਤੇ ਪਹੁੰਚਦੇ ਹੋ। ਮਹਾਰਾਜ ਜੀ ਦੇ ਪਿਆਰ ਵਿੱਚ ਬਲਿਹਾਰੀ ਗੁਰ ਆਪਣੇ ਜਿਨ ਮਾਨਸ ਤੇ ਦੇਵਤੇ ਕੀਏ। ਕਹਿੰਦੇ ਸਤਿਗੁਰੂ ਮਹਾਰਾਜ ਜੀ ਮਨੁੱਖ ਤੋਂ ਦੇਵਤਾ ਬਣਾਉਣ ਦੀ ਤਾਕਤ ਰੱਖਦੇ। ਦੇਵਤਾ ਉਹਨੂੰ ਕਹਿੰਦੇ ਜਿਹੜਾ ਦੇਣ ਵਾਲਾ। ਕਈ ਵਾਰੀ ਕਈ ਸੁਭਾਅ ਦਾ ਮਨੁੱਖ ਦਾਨੀ ਹੁੰਦਾ ਤੇ ਆਪਾਂ ਕਹੀਦਾ ਜੀ ਫਲਾਣਾ ਤਾਂ ਦੇਵਤਾ ਹੀ ਹੈ। ਦੇ ਪਲਸ ਵਤਾ ਜਿਹਦਾ ਸੁਭਾਅ ਹੋਵੇ ਪ੍ਰਸ਼ਾਦਾ ਦੇ ਦਾਂ, ਕੱਪੜਾ ਦੇ ਦਾਂ, ਸੀਸਾਂ ਦੇ ਦਾਂ, ਕਿਸੇ ਨੂੰ ਪਿਆਰ ਦੇ ਦਾਂ, ਭਾਵ ਦੇਣਾ ਹੀ ਹੁੰਦਾ ਹੈ। ਉਹ ਗੁਰੂ ਸਾਹਿਬ ਹਨ। ਗੁਰ ਜੈਸਾ ਨਾਹੀ ਕੋ ਦੇਵ। ਤੇ ਮਹਾਰਾਜ ਅੱਗੇ ਕਹਿੰਦੇ ਗੁਰੂ ਤੋਂ ਵੱਡਾ ਦੇਣ ਵਾਲਾ ਹੀ ਕੋਈ ਨਹੀਂ। ਬੰਦੇ ਤੋਂ ਇੱਕ ਵਾਰੀ ਦੂਜੀ ਵਾਰੀ ਮੰਗਿਓ ਉਹਨੇ ਕਹਿਣਾ ਤੂੰ ਰੋਜ਼ ਹੀ ਆ ਜਾਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਬੇਅੰਤ ਨੇ। ਆਪਣਾ ਸਾਹ ਰੁਕੇ ਨਾ ਤੇ ਡਾਕਟਰ ਕੋਲ ਜਾਈਦਾ ਭੱਜ ਕੇ ਤੇ ਡਾਕਟਰ ਨੂੰ ਕਹੀਦਾ ਜੀ ਇਹਨੂੰ ਸਾਹ ਨਹੀਂ ਆਉਂਦਾ। ਉਸੇ ਵੇਲੇ ਉਹ ਫਿਰ ਨੱਪ ਨੁੱਪ ਕੇ ਆਕਸੀਜਨ ਲਾਉਂਦੇ ਤੇ ਜਦੋਂ ਫਿਰ ਸਾਹ ਆਉਂਦਾ ਤੇ ਫਿਰ ਉਹ ਨਾਲ ਹੀ ਕਹਿੰਦੇ ਭਾਈ ਇੱਕ ਰਾਤ ਦਾ 15,000 ਆ ICU ਦਾ ਤੇ ਆਪਣਾ ਪੈਸਿਆਂ ਦਾ ਪ੍ਰਬੰਧ ਕਰ ਲਓ, ਸਾਹ ਚੱਲ ਪਿਆ। ਤੇ ਸੰਗਤੇ ਕਿਤੇ ਪਿਆਰ ਨਾਲ ਬਹਿ ਕੇ ਵੇਖਿਓ ਸਤਿਗੁਰੂ ਅਗਲੇ ਅਜੇ ਪੈਪ ਲਾਇਆ ਹੀ ਤੇ ਸੁਨਾਹ ਭੇਜਤਾ ਕਿ ਭਾਈ ਤਿਆਰੀ ਕਰ ਲਓ 15,000 ਇੱਕ ਰਾਤ ਦਾ। ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਰੋਜ਼ ਇੰਨੇ ਸਵਾਸ ਦਿਨਾ ਕਦੇ ਨਹੀਂ ਸਾਡੇ ਤੋਂ ਕੁਝ ਮੰਗਿਆ। ਇੰਨਾ ਕੁ ਸਤਿਗੁਰੂ ਕਹਿੰਦੇ ਆ ਵੀ 24 ਘੰਟਿਆਂ ਚੋਂ ਕਿਤੇ ਆ ਜਾ ਕਰ, ਘੜੀ ਅੱਧੀ ਸੰਗਤ ਵਿੱਚ ਗੁਜ਼ਾਰ ਲਿਆ ਕਰ। ਤੋ ਮਹਾਰਾਜ ਸੱਚੇ ਪਾਤਸ਼ਾਹ ਦਇਆ ਤੇ ਸਾਗਰ ਨੇ। ਤੋ ਬਾਣੀ ਕਹਿੰਦੀ ਗੁਰ ਜੈਸਾ ਨਾਹੀ, ਗੁਰੂ ਵਰਗਾ ਦੇਵਤਾ ਹੀ ਕੋਈ ਨਹੀਂ। ਅਜੇ ਜਿਹੜੇ ਦੁਨਿਆਵੀ ਦੇਵੀ ਦੇਵਤੇ ਜੇ ਉਹ ਵੀ ਗੁੱਸੇ ਹੋ ਜਾਂਦੇ ਜੇ। ਪੀਰ ਫਕੀਰ ਵੀ ਗੁੱਸੇ ਹੋ ਜਾਂਦੇ ਐ। ਸਿਆਲਕੋਟ ਦੇ ਅੰਦਰ ਫਕੀਰ ਸੀ ਨਾ ਹਮਜਾ ਗੌਸ, ਤੇ ਉਹਦੀ ਬੰਦਗੀ ਬੜੀ ਸੀ ਵੈਸੇ, ਕਿਉਂਕਿ ਜਿਹੜਾ ਬੰਦਗੀ ਕਰਦਾ ਉਹਦੇ ਕੋਲ ਫਿਰ ਇਹਦੀਆਂ ਸਿੱਧੀਆਂ ਆਉਂਦੀਆਂ ਵੀ ਆ। ਹੁਣ ਕੋਈ ਬੰਦਾ 12 ਘੰਟੇ ਬਿਲਡਿੰਗ ਦੀ ਦੁਕਾਨ ਤੇ ਹੈ, ਗੇਟ ਬਣਾਉਂਦਾ ਤੇ ਉਹਨੂੰ ਮਾਇਆ ਤੇ ਆਉਣੀ ਹੈ। ਜਿਹੜਾ ਫਿਰ ਸ਼ਬਦ ਦੀ ਕਮਾਈ ਕਰ ਲੈਂਦਾ ਹੈ ਉਹਦੇ ਕੋਲ ਵੀ ਤਾਕਤ ਆ ਜਾਂਦੀ ਹੈ, ਕਿਉਂਕਿ ਰੱਬ ਦਾ ਸਿਧਾਂਤ ਹੈ ਰੱਬ ਕਿਸੇ ਦੀ ਮਿਹਨਤ ਨਹੀਂ ਰੱਖਦਾ। ਜਿਹੜੀ ਭੈਣ ਰਾਤ ਨੂੰ ਸਿਲਾਈ ਕਢਾਈ ਕਰਦੀ ਹੈ 5-7 ਸੂਟ ਸੀਂਦੀ ਹੈ ਤੇ ਉਹ ਜਿਹਦੇ ਸੀਂਦੀ ਹੈ ਉਹ ਫਿਰ ਲਿਆ ਕੇ ਉਹਨੂੰ ਉਹਦੀ ਮਿਹਨਤ ਦਿੰਦੇ ਹੈ। ਇਸੇ ਤਰ੍ਹਾਂ ਰੱਬ ਦਾ ਸਿਧਾਂਤ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਬੰਦਗੀ ਕਰਦਾ ਰੱਬ ਉਹਦੀ ਬੰਦਗੀ ਦਾ ਹੱਕ ਨਹੀਂ ਰੱਖਦਾ। ਜੇ ਆਮ ਬੰਦਾ 2 ਘੰਟੇ ਵੱਧ ਲਾ ਦੇ ਤੇ ਆਪਾਂ ਆਖੀਦਾ ਭਾਈ ਇਹਨੂੰ ਸੂਟ ਹੀ ਦੇ ਦਿਓ, ਅੱਜ ਇਹਨੇ 2 ਘੰਟੇ ਵੱਧ ਲਾਏ ਵਿਚਾਰੀ ਨੇ। ਲੈ ਪੁੱਤ ਰੋਟੀ ਵੀ ਲੈ ਜੀ, ਕਿੱਥੇ ਪਕਾਉਂਦੀ ਫਿਰੇਂਗੀ। ਇੱਕ ਘਰ ਦਾ ਮਾਲਕ ਖੁਸ਼ ਹੋ ਜਾਂਦਾ ਵੀ 2 ਘੰਟੇ ਹਨੇਰਾ ਹੋ ਗਿਆ, ਕੰਮ ਜ਼ਿਆਦਾ ਨਿਬੜ ਗਿਆ। ਕਹਿੰਦੇ ਜਿਹੜਾ ਸਾਈਂ ਨੂੰ ਯਾਦ ਕਰਦਾ ਕਿ ਮਹਾਰਾਜ ਖੁਸ਼ ਨਹੀਂ ਦੇਣਗੇ।
ਇਹ ਪਿਆਰ ਹੈ। ਤੋ ਗੁਰਬਾਣੀ ਕਹਿੰਦੀ ਗੁਰ ਜੈਸਾ ਨਾਹੀ ਕੋ, ਗੁਰੂ ਵਰਗਾ ਦੇਣ ਵਾਲਾ ਕੋਈ ਵੀ ਨਹੀਂ ਆਏਗਾ। ਪੀਰ ਫਕੀਰ ਦੇਵੀ ਦੇਵਤੇ ਹੈ, ਨਾਰਾਜ਼ ਹੋ ਜਾਂਦੇ ਆ, ਨਾ ਉਹਨਾਂ ਦੀ ਭੇਟਾ ਚੜਾਓ, ਉਹ ਫਿਰ ਦੂਜੇ ਪਾਸੇ ਰਗੜ ਦਿੰਦੇ ਹੈ। ਤੇ ਹਮਜਾ ਗੌਂਸ ਦੇ ਕੋਲ ਇੱਕ ਸੇਠ ਆਇਆ, ਕਹਿੰਦੇ ਜੀ ਸਾਡੀ ਅਰਦਾਸ ਕਰੋ, ਸਾਡੇ ਘਰ ਪੁੱਤਰ ਦੀ ਦਾਤ। ਤੇ ਫਕੀਰ ਨੇ ਬਚਨ ਕਰਤਾ, ਕਹਿੰਦੇ ਇੱਕ ਦੇ ਦੋ ਹੋਣਗੇ। ਕਹਿੰਦੇ ਜੀ ਧੰਨ ਭਾਗ, ਕਹਿੰਦੇ ਇੱਕ ਸਾਡਾ ਹੀ, ਆਖੋ ਸਤਿਨਾਮ। ਕਹਿੰਦੇ ਹੁਣ ਜਦੋਂ ਬੰਦਾ ਥੁੜਿਆ ਹੋਵੇ ਤੇ ਉਦੋਂ ਸੁੱਖਣਾ ਸੁੱਖਣ ਲੱਗਾ ਨਹੀਂ ਪਰਵਾਹ ਕਰਦਾ। ਕਈ ਨਾ ਪੁਰਾਣੀਆਂ ਦਾਦੀਆਂ ਹੁੰਦੀਆਂ ਸੀ, ਨਾਨੀਆਂ, ਉਹਨੇ ਬੱਚੇ ਦੇ ਸਿਰ 'ਚ ਵਾਲ ਨਹੀਂ ਸੀ ਹੁੰਦੇ ਜਿੰਨੀਆਂ ਸੁੱਖਣਾ ਹੁੰਦੀਆਂ ਸੀ। ਤੇ ਕਈ ਵਾਰੀ ਕਹਿ ਵੀ ਦੇਈਦਾ ਸੀ ਵੀ ਬੀਬੀ ਚੰਗੇ ਧਰਤੀ ਤੇ ਆਏ, ਤੇਰੀਆਂ ਸੁੱਖਣਾ ਲਾਉਂਦੇ ਬੁੱਢੇ ਹੋ ਚੱਲੇ, ਕਿੰਨੀਆਂ ਕੁ ਸੁੱਖੀ ਫਿਰਦੀ ਐ। ਪਰ ਜਦੋਂ ਮਾਂ ਪਿਓ ਚੱਲ ਜਾਂਦਾ ਫਿਰ ਪਤਾ ਲੱਗਦਾ ਵੀ ਉਹ ਜਿਹੜੇ ਸੁੱਖਣਾ ਸੁੱਖਦੇ ਸੀ ਹੁਣ ਨਹੀਂ ਰਹੇ। ਗਾਂ ਕੋਈ ਨਹੀਂ ਸੁੱਖਣਾ ਸੁੱਖਦਾ, ਸਭ ਤੇਰਾ ਲਹੂ ਪੀਣ ਨੂੰ ਹੀ ਬੈਠੇ ਆ। ਜਿੰਨਾ ਚਿਰ ਲਹੂ ਹੈਗਾ ਪੀ ਜਾਣਗੇ, ਜਿੱਦਣ ਮੁੱਕ ਗਿਆ ਉਦਣ ਕਹਿਣਗੇ ਸਾਡੇ ਘਰੋਂ ਦਫਾ ਹੋ ਜਾ। ਤੇ ਇਸ ਕਰਕੇ ਇੱਕ ਮਾਂ ਪਿਓ ਹੁੰਦਾ ਜਾਂ ਦਾਦੀ ਦਾਦਾ, ਜਿਹੜੇ ਜਿੱਥੇ ਜਾਂਦੇ ਉੱਥੇ ਹੀ ਸੁੱਖਣਾ ਸੁੱਖ ਆਉਂਦੇ ਆ। ਕਈ ਵਾਰੀ ਨਵੇਂ ਨਵੇਂ ਜਦੋਂ ਭਰਤੀ ਹੋਏ ਤੇ ਮਾਂ ਨੇ ਕਹਿਣਾ ਪੁੱਤ ਤੇਰੀ ਇੱਥੇ ਵੀ ਸੁੱਖਣਾ, ਤੇਰੀ ਇੱਥੇ ਵੀ। ਤੇ ਮੈਂ ਕਹਿਣਾ ਮਾਤਾ ਜਿੰਨੇ ਕੁ ਪਾਠ ਮੈਂ ਕਰਦਾ, ਉਦੋਂ ਖੰਡ ਪਾਠੀ ਦੀ ਡਿਊਟੀ ਹੁੰਦੀ ਸੀ ਨਾ, 5000 ਮਹੀਨਾ ਬਣਦਾ ਸੀ, 4100 ਭੇਟਾ ਸੀ। ਤੇ ਮੈਂ ਕਹਿਣਾ ਮਾਤਾ ਜਿੰਨੇ ਪਾਠ ਤੂੰ ਸੁੱਖੇ, ਮੈਨੂੰ ਲੱਗਦਾ ਸਾਰੀ ਜ਼ਿੰਦਗੀ ਮੈਂ ਤੇ ਸੁੱਖਣਾ ਹੀ ਲਾਊਂਗਾ, ਕਿਉਂਕਿ ਮੈਂ ਮਹੀਨੇ 'ਚ 4100 ਬਿੱਲ ਮੇਰੇ ਬਣਨੇ 5000, ਤੇ ਉਹਨੇ ਚਿਰ ਨੂੰ ਇੱਕ ਅੱਧਾ ਪਾਠ ਕਿਸੇ ਨਾ ਕਿਤੇ ਗੁਰਦੁਆਰੇ ਸੁੱਕਿਆ ਹੁੰਦਾ ਸੀ। ਪਰ ਉਦੋਂ ਮਹਿਸੂਸ ਹੁੰਦਾ, ਪਰ ਪਤਾ ਫਿਰ ਲੱਗਦਾ ਵੀ ਕਿਸੇ ਲਈ ਕੋਈ ਦੁਆ ਮੰਗਦਾ ਤੇ ਬੜੀ ਵੱਡੀ ਦਾਤ ਹੈ ਜੀ। ਤੋ ਆਪਾਂ ਆਨੰਦ ਮਾਣਨ ਲੱਗੇ ਹਾਂ। ਤੋ ਹਮਜਾ ਗੌਸ ਕਹਿੰਦੇ ਮੁੰਡੇ ਹੋਣਗੇ ਤੇਰੇ 2 ਤੇ ਇੱਕ ਸਾਨੂੰ ਦੇ ਜੀ। ਉਦੋਂ ਥੁੜਿਆ ਸੀ, ਕਹਿੰਦਾ ਮਹਾਰਾਜ ਪਹਿਲਾਂ ਦੇ ਜਾਊਂਗਾ। ਤੇ ਮਹਾਰਾਜ ਦੀ ਕਿਰਪਾ ਹੋਈ, ਫਕੀਰ ਪੁੱਜਿਆ ਸੀ, ਅਸੀਸਾਂ ਦਾ ਤੇਲ ਪੈ ਗਿਆ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਪ੍ਰਭ ਕੋ ਸਿਮਰੈ ਸੇ ਧਨਵੰਤੇ। ਪ੍ਰਭ ਕੋ ਸਿਮਰੈ ਸੇ, ਪ੍ਰਭ ਕੋ ਸਿਮਰੈ ਸੇ, ਪ੍ਰਭ ਕੋ ਸਿਮਰੈ ਸੇ। ਪ੍ਰਧਾਨ ਦਾ ਭਾਵ ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਫਿਰ ਦੁਨੀਆ 'ਚ ਵਡਿਆਈ ਵੀ ਮਿਲਦੀ। ਅੱਜ ਕੋਈ ਬੰਦਗੀ ਵਾਲੇ ਨੂੰ ਕੋਈ ਮੱਥਾ ਟੇਕੇ ਤੇ ਕਈ ਬੜੇ ਦੁਖੀ ਹੁੰਦੇ, ਲੈ ਜੀ ਬਾਬੇ ਨੂੰ ਮੱਥਾ ਟੇਕਤਾ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ। ਵੀ ਤੈਨੂੰ ਕੀ, ਜੇ ਕੋਈ ਕਿਸੇ ਦਾ ਸਤਿਕਾਰ ਕਰਦਾ ਤੇ ਕਰ ਲੈਂਦੇ, ਤੂੰ ਇਹੋ ਹੀ ਕੰਮ ਰੱਖਿਆ ਵਾ ਵੀ ਹੁਣ ਤੇਰਾ ਕੀ ਇਰਾਦਾ ਵਾ ਵੀ ਗੁਰੂ ਗ੍ਰੰਥ ਸਾਹਿਬ ਨੂੰ। ਠੀਕ ਹੈ ਗੁਰੂ ਸਾਹਿਬ ਸਾਡੇ ਵੱਡੇ ਹੈ, ਪਰ ਜਿਹੜਾ ਬਾਣੀ ਪੜ੍ਹਨ ਵਾਲਾ ਤੇ ਉਹਨੂੰ ਕੁਹਾੜੀ ਨਾ ਵੱਢ ਦਈਏ। ਕਹਿੰਦੇ ਹਾਂ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਤੇ ਜਿਹੜਾ ਵਜ਼ੀਰ ਉਹਨੂੰ ਬੁਲਾਓ ਵੀ ਨਾ, ਆਖੋ ਸਤਿਨਾਮ। ਕਈ ਥਾਵਾਂ ਤੇ ਆਪਾਂ ਵੇਖੀਦਾ ਨਾ ਵੀ ਕਮਾਲ ਹੈ ਵੀ ਜੇ ਕੋਈ ਗੁਰੂ ਦੇ ਵਜ਼ੀਰ ਦਾ, ਰਾਗੀ ਦਾ, ਕਿਸੇ ਮਹਾਂਪੁਰਖ ਦਾ ਸਤਿਕਾਰ ਕਰਦਾ, ਉਹਨੂੰ ਪਿਆਰ ਕਰਦਾ ਵਾ, ਤੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨਾ ਚਾਹੀਦਾ, ਬੰਦੇ ਨੂੰ ਨਾ ਕਰੋ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਤੇ ਇੱਕ ਪਾਸੇ ਕਹਿ ਰਹੇ ਵੀ ਸਭਨਾ ਜੀਆਂ ਕਾ ਇੱਕ ਸੋ ਮੈਂ ਵਿਸ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ ਮੰਦਾ ਕਿਸ ਨੂੰ ਜਾਂ ਤਿਸ ਬਿਨ। ਫਰੀਦ ਸਾਹਿਬ ਕਹਿੰਦੇ ਮੈਨੂੰ ਤਾਂ ਸਾਰਿਆਂ 'ਚ ਹੀ ਰੱਬ ਹੀ ਦਿਸੀ ਜਾਂਦਾ, ਮੈਂ ਕਿਹਨੂੰ ਮਾੜਾ ਕਵਾਂ। ਸਾਰੇ ਰੱਬ ਦਾ ਹੀ ਰੂਪ ਨੇ, ਜਿੰਨੇ ਇੱਥੇ ਬੈਠੇ, ਜਿੰਨੇ ਆਉਂਦੇ ਐ। ਇਸ ਕਰਕੇ ਤੇ ਫਰੀਦ ਸਾਹਿਬ ਦੇ ਅੰਦਰੋਂ ਕੀ ਨਿਕਲਿਆ, ਫਰੀਦਾ ਬੁਰੇ ਦਾ। ਬੁਰੇ ਦਾ ਵੀ ਕਹਿੰਦੇ ਜਿਹੜਾ ਕਿੰਨਾ ਵੀ ਬੁਰਾ ਹੋਵੇ ਨਾ ਬੰਦਾ, ਉਹਦੇ ਵਾਸਤੇ ਵੀ ਅਰਦਾਸ ਕਰਿਆ ਕਰੋ, ਮਹਾਰਾਜ ਇਹਦਾ ਭਲਾ ਕਰ। ਕੀ ਕਰ? ਭਲਾ ਕਰ। ਕਹਿੰਦੇ ਇੱਕ ਗੁਰਸਿੱਖ ਸਾਧੂ ਬੇੜੀ 'ਚ ਬੈਠਾ, ਬੜੀ ਬੰਦਗੀ ਵਾਲਾ, ਪੱਤਣ ਤੋਂ, ਤੇ ਉਸੇ ਬੇੜੀ 'ਚ 5-7 ਚੋਰ ਨਿੰਦਕ ਸਾਕਤ ਬੈਠੇ ਐ। ਤੇ ਉਹ ਪਾਠ ਕਰ ਰਿਹਾ ਵਿਚਾਰਾ ਆਪਦਾ, ਤੇ ਉਹ ਗੰਦੀਆਂ ਗੱਲਾਂ ਕਰਦੇ, ਇੱਕ ਦੂਜੇ ਨੂੰ ਟੁੱਚਰਾਂ ਕਰਦੇ ਆ। ਤੇ ਇੱਕ ਕਹਿੰਦਾ ਲੈ ਇਹਨੂੰ ਵੀ ਬੁਲਾ ਲਓ, ਇਹ ਮਾਲਾ ਹੀ ਫੇਰੀ ਜਾਂਦਾ ਸੀ। ਤੇ ਉਹਨੂੰ ਬੜੇ ਕੋਈ ਧੱਫਾ ਮਾਰੇ, ਕੋਈ ਟਿੱਚਰ ਕਰੇ, ਕੋਈ ਉਹਦਾ ਪਰਨਾ ਲਾ ਦੇ। ਤੇ ਗੁਰੂ ਪਾਤਸ਼ਾਹ ਮਹਾਰਾਜ ਦਇਆ ਦੇ ਸਾਗਰ ਨੇ, ਰਹਿਮਤ ਦੇ ਦਾਤੇ ਨੇ, ਗੁਰੂ ਮਹਾਰਾਜ ਆਪ ਕਿਰਪਾ ਦੇ ਮਾਲਕ ਵਰਤ ਜਾਂਦੇ ਨੇ। ਗੁਰੂ ਗਰੀਬ ਨਵਾਜ
ਆਪ ਵਰਤਦੇ ਜੀ। 2-4 ਮਿੰਟ ਜੁੜਿਓ। ਵਾਹਿਗੁਰੂ ਵਾਹਿਗੁਰੂ ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਮਸਤਕ ਭਾਗ ਸੁਲਾਗਾ ਸੇ, ਜਿਸ ਮਸਤਕ ਭਾਗ ਸੁਲਾਗਾ ਸੇ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਸਾਧ ਸੰਗਤ ਗੁਰੂ ਵਰਗਾ ਦੇਵਤਾ ਨਹੀਂ ਕੋਈ। ਪੀਰ ਫਕੀਰ ਮਹਾਂਪੁਰਖ ਬਹੁਤ ਧਰਤੀ ਤੇ ਆਏ, ਪਰ ਉਹਨਾਂ ਨੇ ਆਪਣੀ ਪੂਜਾ ਕਰਾਈ, ਲੋਕਾਂ ਦੀਆਂ ਆਸਾਂ ਪੂਰੀਆਂ ਕੀਤੀਆਂ, ਪਰ ਮੰਨਤਾ ਕਰਾਈ। ਅੱਜ ਵੀ ਬਹੁਤੀਆਂ ਸੰਗਤਾਂ ਆਪਣੇ ਘਰ 'ਚ ਚਿਰਾਗ ਲਾਉਂਦੀਆਂ। ਉਹਦਾ ਕਾਰਨ ਇਹ ਹੈ, ਫਸ ਗਏ ਆ। ਹੁਣ ਜੇ ਲਾਉਣੇ ਆ ਤੇ ਠੀਕ ਹੈ, ਨਹੀਂ ਲਾਉਂਦੇ ਤੇ ਫਿਰ ਚੰਗਿਆੜੇ ਨਿਕਲਦੇ ਆ। ਇਹ ਸੱਚ ਹੈ। ਇਹ ਨਹੀਂ ਮੈਂ ਕਹਿ ਸਕਦਾ ਵੀ ਹੁੰਦੇ ਹੀ ਨਹੀਂ ਹੈ। ਜੇ ਹੁੰਦੇ ਆ ਤੇ ਕਥਾ ਲਿਖੀ ਗਈ, ਕਹਿੰਦੇ ਵੀ ਜਦੋਂ 2 ਬੇਟੇ ਹੋਏ ਨਾ ਤੇ ਫਕੀਰ ਨੂੰ ਜਾ ਕੇ ਲੱਡੂਆਂ ਦਾ ਥਾਲ ਭਰ ਕੇ ਸੇਠ ਕਹਿੰਦਾ ਵਧਾਈ ਹੋਵੇ। ਫਕੀਰ ਕਹਿੰਦਾ ਤੈਨੂੰ ਦੁੱਗਣੀ ਵਧਾਈ ਹੋਵੇ। ਕਹਿੰਦੇ ਜੀ ਤੁਹਾਡੀ ਕਿਰਪਾ ਨਾਲ ਜੋੜੇ 2 ਬੱਚੇ ਹੋਏ। ਤੇ ਹਮਜਾ ਗੌਸ ਕਹਿੰਦਾ ਥਾਲ ਥੂਲ ਮੈਂ ਕੀ ਕਰਨਾ, ਮੈਨੂੰ ਚੇਲੇ ਦੀ ਲੋੜ ਆ, ਮੇਰਾ ਹਿੱਸਾ ਲਿਆ ਦੇ ਜਿਹੜਾ 1 ਬੱਚੇ ਦਾ ਵਾਅਦਾ ਕੀਤਾ। ਸੇਠ ਜਾ ਕੇ ਘਰ ਦੀ ਨੂੰ ਕਹਿੰਦਾ ਬਾਬਾ ਜੀ ਕਹਿੰਦੇ ਵੀ ਜਿਹੜੀ ਅਰਦਾਸ ਕੀਤੀ ਤੇ ਪਾਉ 1 ਬੱਚਾ ਦੇ ਦਿਓ। ਹੁਣ ਜਦੋਂ ਮਾਂ ਸੀ, ਉਹ ਦੋਵੇਂ ਬੱਚੇ ਪਏ ਬੈੱਡ ਤੇ ਦੋਵੇਂ ਹੀ ਬੜੇ ਸੋਹਣੇ ਆ। ਇੱਕ ਨੂੰ ਚੁੱਕਿਆ ਦੇਣ ਲੱਗੀ, ਜਦੋਂ ਉਹਨੇ ਚੁੱਕਿਆ ਲੈ ਕੇ ਤੁਰਿਆ ਤੇ ਬੂਹੇ 'ਚ ਮਗਰ ਭੱਜ ਕੇ ਕਹਿੰਦੀ ਇਹ ਨਹੀਂ ਦੂਜਾ ਦੇਣਾ। ਉਹਨੂੰ ਲਿਆ ਕੇ ਬੈੱਡ ਤੇ ਪਾਤਾ। ਫਿਰ ਦੂਜੇ ਨੂੰ ਚੁਕਾਇਆ। ਜਦੋਂ ਦੂਜਾ ਲੈ ਕੇ ਜੇ ਬਰੂਹਾਂ 'ਚ ਹੌਲ ਜਿਹਾ ਪੈਂਦਾ ਨਾ, ਮਾਂ ਹੀ ਹੁੰਦੀ। ਇੱਕ ਮਾਂ ਹੁੰਦਾ ਜਿਹੜਾ ਸੱਚਾ ਰਿਸ਼ਤਾ, ਬਾਕੀ ਸਾਰੇ ਰਿਸ਼ਤੇਦਾਰ ਪੈਸੇ ਲਈ। ਮਾਂ ਨਹੀਂ ਕੁਝ ਚਾਹੀਦਾ ਹੁੰਦਾ। ਸਭ ਦਾ ਝੂਠਾ ਮਾਂ ਖਾਂਦੀ ਰਾਤ ਨੂੰ, ਸਾਰਿਆਂ ਨੂੰ ਖਵਾਉਂਦੀ ਰਹਿੰਦੀ, ਸਾਰਿਆਂ ਨੂੰ ਲੂਣ ਮਿਰਚ ਮਸਾਲਾ। ਜਦੋਂ ਸਾਰੇ ਟੱਬਰ ਖਾ ਲੈਂਦਾ, ਮਗਰੋਂ ਠੰਡੀਆਂ ਰੋਟੀਆਂ ਤੇ ਬਚੀ ਸਬਜ਼ੀ ਮਾਂ ਖਾਂਦੀ ਹੈ। ਇਹ ਦਰਜਾ ਰੱਬ ਦਾ ਤਾਂ ਦਿੱਤਾ ਇਹਨੂੰ। ਸੋ ਇਸ ਕਰਕੇ ਕਹਿੰਦੇ ਜਦੋਂ 1 ਦਵੇ ਤੇ ਜਦੋਂ ਲੈ ਕੇ ਤੁਰੇ ਲਾਲਾ ਤੇ ਦੂਜਾ ਲੈਵੇ। ਫਿਰ ਉਹ ਕਹਿੰਦਾ ਵੀ ਛੇਤੀ ਕਰ, ਹਨੇਰਾ ਹੁੰਦਾ ਜਾਂਦਾ ਹੈ। ਸਾਰਾ ਦਿਨ ਇਦਾਂ ਹੀ ਡਿਸਾਈਡ ਹੀ ਕਰਦੀ ਰਹੀ ਵੀ ਕਿਹੜਾ ਭੇਜਾਂ। ਜਦੋਂ ਸ਼ਾਮਾਂ ਦਾ ਸੂਰਜ ਡੁੱਬਣ ਲੱਗਾ ਨਾ, ਦੋਵੇਂ ਚੁੱਕ ਕੇ ਕਹਿੰਦੀ ਮੈਂ ਮਰ ਜਾ, ਮੈਂ 1 ਵੀ ਨਹੀਂ ਦੇਣਾ। ਸੇਠ 2 ਥਾਲ ਭਰ ਕੇ ਮੋਹਰਾਂ ਦੇ ਲੈ ਗਿਆ। ਕਹਿੰਦਾ ਮਹਾਂਪੁਰਖੋ ਹੋਰ ਭਾਵੇਂ ਲੈ ਲਓ ਸਭ ਕੁਝ, ਪਰ ਮੇਰੇ ਘਰ ਦੇ ਵਿੱਚ ਨੁਕਸਾਨ ਹੋ ਜਾਣਾ। ਉਹਨਾਂ ਦੀ ਮਾਂ ਮੋਹ ਬੜਾ ਕਰਦੀ ਹੈ। ਫਕੀਰ ਜਿਹੜਾ ਸੀ, ਹੁਣ ਉਹ ਫੱਕਰ ਤੇ ਭੂੰਡ ਦੀ ਖੱਖਰ ਛੇੜੀ ਨਹੀਂ ਤੇ ਸੁੱਜਾ ਨਹੀਂ। ਇਹ ਇਤਿਹਾਸ ਹੈ ਸਾਡਾ, ਸਿੱਖ ਇਤਿਹਾਸ, ਕੋਈ ਕਹਾਣੀ ਨਹੀਂ ਸੁਣਾਈ। ਉਹ ਕਹਿੰਦੇ ਵੀ ਫਕੀਰ ਨੂੰ ਗੁੱਸਾ ਚੜ ਗਿਆ।
ਉਹਨੇ ਬਾਲ ਕੇ ਅੱਗ ਪਾ ਕੇ ਵਿੱਚ ਦੇਸੀ ਘਿਓ ਸਮਗਰੀ ਤੇ ਚਲੀਸਾ ਸ਼ੁਰੂ ਕਰਤਾ। ਕਹਿੰਦਾ ਝੂਠਿਆਂ ਦਾ ਪਿੰਡ ਹੈ, ਸਾਰੇ ਹੀ ਮਾਰ ਦੇਣੇ, ਆਖੋ ਸਤਿਨਾਮ। ਜਦੋਂ ਹੁਣ ਆਪਣਾ ਉਹਨੇ ਸ਼ੁਰੂ ਕਰਤਾ ਤੰਤਰ ਮੰਤਰ, ਅੱਜ ਵੀ ਦੁਨੀਆ ਜਾਂਦੀ, ਬਥੇਰੇ ਬੈਠੇ ਭਾਈ, ਮਾੜਾ ਮੋਟ ਹੁੰਦਾ ਵੀ ਹੈ, ਕਿਉਂਕਿ ਸਿੱਖ ਇਤਿਹਾਸ ਪੜਾਂਗੇ ਤੇ ਮਰਦਾਨਾ ਗਿਆ ਸੀ ਢਾਕੇ ਬੰਗਾਲੇ, ਉੱਥੇ ਮਰਦਾਨੇ ਨੂੰ ਭੇਡੂ ਬਣਾਇਆ ਸੀ ਉਹਨਾਂ ਨੇ। ਇਤਿਹਾਸ ਅੱਖਾਂ ਤੋਲੇ ਨਹੀਂ ਹੋ ਸਕਦਾ। ਔਰ ਆਪਾਂ ਕਹਿ ਦਿੰਦੇ ਆ ਨਾ ਜੀ ਸਭ ਕੁਝ ਹੁੰਦਾ। ਕਈ ਮੈਂ ਵੇਖੇ ਏਡੇ ਪੜ੍ਹੇ ਲਿਖੇ ਸੋਹਣੇ ਸੁਨੱਖੇ ਬੱਚੇ ਜਿਹੜੇ ਐ ਏਦਾਂ ਦਾ ਗੰਢਾ ਰਗੜਦੇ, ਅਗਲੇ ਪਾਗਲ ਕਰਕੇ ਰੱਖ ਦਿੰਦੇ। ਸਭ ਕੁਝ ਹੈਗਾ, ਕਿਉਂਕਿ ਜੇ ਇਤਿਹਾਸ ਨੂੰ ਵੇਖਿਆ ਜਾਵੇ, ਗੁਰਬਾਣੀ 'ਚ ਲਿਖਿਆ ਕਈ ਕੋਟ ਭੂਤ ਪ੍ਰੇਤ, ਪਰ ਤੁਹਾਡੇ ਗੁਰੂ ਵਰਗਾ ਸਿਆਣਾ ਕੋਈ ਨਹੀਂ। ਇੱਥੇ ਸਾਰੀਆਂ ਪਾਵਰਾਂ ਖਤਮ ਹੈ। ਦੁਬਈ ਦੇ ਵਿੱਚ ਕਿਸੇ ਮੁਸਲਮਾਨ ਨੇ ਕੀਤਾ ਸੀ ਕਿਸੇ ਦੇ ਕਾਰੋਬਾਰ ਤੇ ਉਹ ਵੀ ਗਾੜੀ ਗੁਰੂ ਨਾਲ ਜੁੜੇ ਸੀ। ਕਿਸੇ ਮਹਾਂਪੁਰਖ ਨੇ ਆਖਿਆ ਸਾਰਾ ਟੱਬਰ 40 ਦਿਨ ਮੂਲ ਮੰਤਰ ਪੜ੍ਹਨਾ ਤੁਸੀਂ। ਉਹਨਾਂ ਨੇ ਫਿਰ ਮੂਲ ਮੰਤਰ ਦੀ ਕਮਾਈ, ਰਾਤ ਨੂੰ 1 ਘੰਟਾ ਸਾਰੇ ਟੱਬਰ ਨੇ ਮੂਲ ਮੰਤਰ ਪੜ੍ਹਨਾ, ਤੇ ਉਹ ਜਿਹਨੇ ਕੀਤਾ ਸੀ ਕਾਰੋਬਾਰ ਦਾ ਉਹਦੀਆਂ ਚਾਂਗਰਾਂ ਪੈ ਗਈਆਂ। ਜਿਹਨੇ ਕਰਾਇਆ ਸੀ ਜਾ ਕੇ ਕਹਿੰਦਾ ਭਰਾਵਾ ਆਪਣੇ ਪੈਸੇ ਚੁੱਕ, ਮੈਨੂੰ ਮਾਫ ਕਰ। ਕਹਿੰਦਾ ਕਿਹੜੀ ਪਾਵਰ ਉਹਨਾਂ ਦੇ ਘਰੇ ਕੰਮ ਕਰਨ ਦੀ, ਜਿਹੜਾ ਮੈਂ ਕੀਤਾ ਮੇਰਾ ਸਾਰਾ ਮੇਰੇ ਤੇ ਪੈ ਗਿਆ। ਇਹ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਕੁਝ ਦੁਨੀਆ ਤੇ ਜਿਹੜੀ ਚੀਜ਼ ਦਾ ਨਾਂ ਹੈਗਾ ਉਹ ਹੈਗੀ ਆ, ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰਾ ਕੁਝ ਰਿਜੈਕਟ ਹੀ ਆ। ਤੋ ਇਸ ਕਰਕੇ ਕਹਿੰਦੇ ਫਿਰ ਮੇਰੇ ਨਾਨਕ ਦੀ ਨਜ਼ਰ ਪਈ ਸਿਆਲਕੋਟ ਸ਼ਹਿਰ ਤੇ, ਬਾਪੂ ਜੀ 7 ਕਰਤਾਰ ਕਹਿ ਕੇ ਜਾ ਪਹੁੰਚੇ। ਮਰਦਾਨਾ ਵੀ ਨਾਲ ਹੈ, ਸਾਰਾ ਪਿੰਡ ਬਿਸਤਰੇ ਲੈ ਕੇ ਭੱਜਾ ਜਾਂਦਾ। ਮਹਾਰਾਜ ਕਹਿੰਦੇ ਮਰਦਾਨਿਆ ਇਹਨਾਂ ਨੂੰ ਕੀ ਹੋ ਗਿਆ, ਪਿੰਡ ਛੱਡ ਚੱਲੇ ਐ। ਮਹਾਰਾਜ ਕਹਿੰਦੇ ਕਿੱਧਰ ਚੱਲੇ ਜੇ? ਕਹਿੰਦੇ ਬਾਬਾ ਤੂੰ ਹੀ ਭੱਜਾ। ਕਹਿੰਦੇ ਇੱਥੇ ਫਕੀਰ ਮੱਛਰ ਗਿਆ, ਉਹ ਚਲੀਸੇ ਤੇ ਬਹਿ ਗਿਆ, ਉਹਨੇ ਸਾਰਾ ਪਿੰਡ ਮਾਰ ਦੇਣਾ, ਬੜੀ ਕਰੜੀ ਕਮਾਈ ਵਾਲਾ ਪੀਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇੱਕ ਸਾਡਾ ਵੀ ਪੀਰ ਆ। ਤੂੰ ਪੁੱਛਦਾ ਸੀ ਨਾ ਜਦੋਂ ਵੇਈ ਨਦੀ 'ਚ ਅਸੀਂ 3 ਦਿਨ ਗਏ ਸੀ ਵੀ ਕਿੱਥੋਂ ਆਇਆ ਬਾਬਾ, ਮੈਂ ਭੁੱਖਾ ਤੇ ਆਇਆ, ਵਹੀਂ ਦੇ ਉੱਤੇ ਤੇਰਾ ਚੋਲਾ ਲੈ ਕੇ ਬੈਠਾ ਰਿਹਾ। ਬੇਬੇ ਨਾਨਕੀ ਦੇ ਘਰ 'ਚ ਤੱਪੜ ਵਿਛਾਤਾ ਸ਼ਰੀਕਾਂ ਨੇ, ਤੇ ਬੇਬੇ ਹੱਸਦੀ ਫਿਰੇ ਕੰਮ ਕਰਦੀ। ਉਹ ਕਹਿੰਦੀਆਂ ਭੈਣੇ ਤੱਪੜ ਤੇ ਬਹਿ ਕੇ ਵੈਣ ਪਾਲਾ, ਤੇਰਾ ਵੀਰ ਮਰ ਗਿਆ। ਸੁਲਤਾਨਪੁਰ ਦੇ ਵਿੱਚ 2 ਰੂਹਾਂ ਸੀ ਜਿਨ੍ਹਾਂ ਨੇ ਆਖਿਆ ਸੀ ਨਾਨਕ ਤਾਰਨ ਆਇਆ ਏ ਡੁੱਬਦਿਆਂ ਨੂੰ। ਸਾਰਾ ਸੁਲਤਾਨਪੁਰ ਕਹਿੰਦਾ ਸੀ ਦੋਵੇਂ ਕਮਲੇ ਹੋ ਗਏ। ਮਰਦਾਨਾ ਵੀ ਹਿੱਲ ਗਿਆ ਤੇ ਬੇਬੇ ਕਿਉਂ ਨਹੀਂ ਮੰਨਦੇ, ਤੇ ਭੈਣਾ ਇਹ ਗੱਲ ਪ੍ਰਚਲਿਤ ਕਰਤੀ। ਕਹਿੰਦੇ ਵੀ ਜਦੋਂ ਮਰਗ ਹੋਵੇ ਜਵਾਨ ਤੇ ਕੋਈ ਰੋਵੇ ਇਹਨਾਂ ਨੂੰ, ਉਹਨੂੰ ਰਵਾਓ। ਜਿਹੜਾ ਬੰਦਾ ਰੋਂਦਾ ਨਹੀਂ ਉਹਦੇ ਅਸਰ ਹੋ ਜਾਂਦਾ ਦਿਮਾਗ ਤੇ, ਜਿੰਨਾ ਰੋਲੇ ਓਨਾ ਨਿਕਲ ਜਾਂਦਾ ਸਭ ਕੁਝ ਅੱਖਾਂ ਰਾਹੀਂ। ਤੇ ਬੇਬੇ ਨੂੰ ਸਾਰੇ ਰਵਾਉਣ ਦਾ ਯਤਨ ਕਰਨ, ਬੇਬੇ ਤੇਰੇ ਦਿਮਾਗ 'ਚ ਅਸਰ ਪੈ ਜਾਣਾ, ਤੂੰ ਰੋ, ਸਾਨੂੰ ਪਤਾ ਤੇਰਾ ਕੱਲਾ ਵੀਰ ਆ ਤੇ ਤੂੰ ਦਿਮਾਗ 'ਚ ਨਾ ਨੁਕਸ ਪੈ ਜੇ, ਭਾਈ ਆ ਜੈਰਾ ਮੈਨੂੰ ਰਵਾਓ। ਬੇਬੇ ਨਾਨਕੀ ਨੂੰ ਕਹਿੰਦੇ ਤੂੰ ਰੋਂਦੀ ਨਹੀਂ ਐ? ਕਹਿੰਦੀ ਰੋ, ਤੁਹਾਡੇ ਦੁਸ਼ਮਣ, ਮੇਰਾ ਰੱਬ ਵੀਰ ਹੋਵੇ ਉਹ ਤੇ ਰੋਂਦਿਆਂ ਨੂੰ ਸੌਣ ਆਇਆ, ਮੈਂ ਕਿਉਂ ਰੋਵਾਂ। ਔਰ 3 ਦਿਨਾਂ ਬਾਅਦ ਜਦੋਂ ਮਹਾਰਾਜ ਆਏ ਸੀ ਨਾ, ਤੇ ਭਾਈ ਮਰਦਾਨੇ ਨੇ ਪੁੱਛਿਆ ਸੀ, ਕਹਿੰਦੇ ਬਾਪੂ ਕਿੱਥੇ ਗਿਆ ਸੀ? ਮਹਾਰਾਜ ਕਹਿੰਦੇ ਸੀ ਜਿੰਦਾ ਪੀਰ ਨੂੰ ਮਿਲ ਕੇ ਆਇਆ। ਜਿੰਦਾ ਪੀਰ ਕੌਣ ਹੈ? ਪ੍ਰਮਾਤਮਾ। ਕਿਉਂਕਿ ਆਪਾਂ ਜਿੰਨੇ ਵੀ ਆਪਾਂ ਮਰ ਜਾਣਾ ਇੱਕ ਦਿਨ, ਆਪਣੇ ਭੋਗ ਪੈ ਜਾਣੇ ਸਾਰਿਆਂ ਦੇ। ਉਹ ਜਿੰਦਾ ਏ, ਆਦ ਸੱਚ ਹੈ ਵੀ ਨਾਨਕ। ਤੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਸਿਆਲਕੋਟ ਦੇ ਵਿੱਚ ਬੈਠੇ। ਕਹਿੰਦੇ ਮਰਦਾਨਿਆ ਕਿ ਇਹ ਪੀਰ ਹੈ ਤੇ ਕੋ ਪੀਰ ਹੈ। ਉਹ ਜਿੰਦਾ ਪੀਰ ਹੈ ਤੇ ਝੂਠਾ ਪੀਰ ਹੈ, ਪਾਈਏ ਇਹਦੇ ਨਾਲ ਫਿਰ ਪੇਚਾ। ਕਹਿੰਦੇ ਬਾਬਾ ਵੇਖ ਲਾ ਤੇਰੇ ਆਸਰੇ ਹੀ ਆ, ਮੈਂ ਤੇਰੇ ਕਰਕੇ ਚੱਲ ਜਾਣਾ ਸੀ, ਪਰ ਵੇਖੀ ਕਿਤੇ ਮੁੜ ਕੇ ਮਾਰੇ। ਕਹਿੰਦੇ ਜੇ ਅੱਗੇ ਵੀ ਜਾਂਦਾ ਰਿਹਾ ਤੇ ਬੱਦੇ ਨੂੰ ਛਡਾਉਂਦਾ ਨਹੀਂ ਰਿਹਾ, ਮੈਂ ਤੈਨੂੰ ਮੈਂ ਆਪਣਾ ਆਖਿਆ, ਆਪਣੇ ਦੀ ਲਾਜ ਰੱਖੀ ਦੀ ਹੈ। ਮਰਦਾਨਾ 2 ਵਾਰੀ ਗਿਆ, ਧੱਕੇ ਪਏ, 3ਜੀ ਵਾਰੀ ਕਹਿੰਦਾ ਬਾਬਾ ਮੈਂ ਨਹੀਂ ਜਾਣਾ। ਮਹਾਰਾਜ ਕਹਿੰਦੇ ਅੱਗੇ ਤੂੰ ਜਾਂਦਾ ਸੀ, ਹੁਣ ਕਰਤਾਰ ਨੂੰ ਲੈ ਕੇ ਜਾ। ਕਹਿੰਦੇ ਮਹਾਰਾਜ ਉਹ ਕਿੱਦਾਂ? ਕਹਿੰਦੇ ਅੱਜ ਤੂੰ ਜਾ ਕੇ ਕਹਿਣਾ ਨਹੀਂ, ਜਿੱਥੇ ਉਹ ਪੀਰ ਬੈਠਾ ਚੌਂਕੜਾ ਮਾਰ ਕੇ ਮੰਤਰ ਪੜ੍ਹਦਾ, ਉਹ ਕੰਧ ਨੂੰ ਹੱਥ ਲਾ ਕੇ ਕਹਿ ਦੇ 7 ਕਰਤਾਰ। ਤੇ ਜਦੋਂ ਮਰਦਾਨੇ ਨੇ ਫਿਰ ਇਦਾਂ ਕੀਤਾ 7 ਕਰਤਾਰ। ਆ ਤੁਸੀਂ ਰੋਜ਼ ਉਹਦੀ ਕਥਾ ਸੁਣਦੇ ਹੋ, ਕੋਈ ਖੇਡ ਥੋੜਾ ਇਹ। ਸਤਨਾਮ ਤੇਰਾ ਪਰਾ ਪੂਰਬਲਾ। ਹੱਥ ਲਾਉਣ ਦੀ ਦੇਰ ਸੀ, ਉਹ ਜਿਹੜੀ ਛੱਤ ਸੀ ਨਾ ਸਾਰੀ ਦੀ ਸਾਰੀ ਦਾ ਪਟਾਕਾ ਪੈ ਗਿਆ।
ਜਦੋਂ ਛੱਤ ਪਾਟੀ ਤੇ ਫਕੀਰ ਦੀਆਂ ਚਾਂਗਰਾਂ ਪੈ ਗਈਆਂ, ਆਖੋ ਸਤਨਾਮ। ਬਾਹਰ ਨਿਕਲ ਕੇ ਕਹਿੰਦਾ ਕਿਹੜਾ ਆਇਆ ਕਾਫਰ ਜਿਹਨੇ ਮੇਰੀ ਬੰਦਗੀ ਭੰਗ ਕੀਤੀ? ਮਰਦਾਨਾ ਕਹਿੰਦਾ ਉਹ ਬੇਰੀ ਥੱਲੇ ਬੈਠਾ ਹੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। 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 ਇਸ ਕਰਕੇ ਸਾਧ ਸੰਗਤ ਜੀ, ਫਕੀਰ ਉੱਥੇ ਪਹੁੰਚਿਆ, ਪਊਏ ਪੈਰਾਂ 'ਚ ਖੜਕਦੇ, ਹੱਥ 'ਚ ਡੰਡਾ। ਜਦੋਂ ਗੁਰੂ ਨਾਨਕ ਬੇਰੀ ਥੱਲੇ ਨੇਤਰ ਬੰਦ ਕੀਤੇ, ਕਹਿੰਦੇ ਬਾਬਾ ਕੌਣ ਹੈ ਤੂੰ? ਮਾਰੇ ਕਹਿੰਦੇ ਫਕੀਰਾ ਇੰਨਾ ਗੁੱਸਾ, ਜੇ ਆਪਾਂ ਹੀ ਇਦਾਂ ਕਰਨ ਲੱਗ ਪਏ ਤੇ ਆਮ ਲੋਕਾਂ ਦਾ ਕੀ ਬਣੂਗਾ? ਆਪਾਂ ਰੱਬ ਦੇ ਬਹੁਤ ਨੇੜੇ ਆ, ਤੇ ਇਹ ਤੇ ਵਿਚਾਰੇ ਦੁਨੀਆ ਸਤਾਈ ਹੋਈ ਦੁੱਖਾਂ ਦੀ ਹੈ, ਵਿਚਾਰੇ ਗਰਜਾਂ ਫਰਜਾਂ ਦੇ ਮਾਰੇ ਆਉਂਦੇ ਆ, ਤੇ ਇਹਨਾਂ ਨੂੰ ਇੰਨਾ ਕ੍ਰੋਧ। ਕਹਿੰਦਾ ਬਾਬਾ ਝੂਠਿਆਂ ਦਾ ਸ਼ਹਿਰ ਹੈ, ਇਹ ਵਾਅਦਾ ਕਰਕੇ ਮੁੱਕਰਦੇ ਹੀ। ਔਰ ਇਹ ਗੱਲ ਫਕੀਰ ਦੀ 101% ਸਹੀ ਸੀ। ਮੇਰੀ ਜ਼ਿੰਦਗੀ 30 ਸਾਲ ਹੈ ਤੇ ਮੇਰੀਆਂ ਇਹਨਾਂ ਅੱਖਾਂ ਦੇ ਵਿੱਚ ਇੰਨੀ ਕੁ ਦੁਨੀਆ ਲੰਘੀ ਹੈ ਵੀ ਵਾਕਿਆ ਜਦੋਂ ਲੋੜ ਹੁੰਦੀ ਨਾ ਗੁਰੂ ਦੀ, ਉਦੋਂ ਤਾਂ ਇੱਥੇ ਲੰਮੇ ਹੀ ਪੈ ਜਾਂਦੇ। ਉਦੋਂ ਕਹਿੰਦੇ ਸਭ ਕੁਝ ਗੁਰੂ ਹੀ ਹੈ, ਤੇ ਜਦੋਂ ਬਾਬਾ ਕਾਰਜ ਸਵਾਰ ਦਿੰਦਾ ਮੁੜ ਕੇ ਮੱਸਿਆ ਤੇ ਵੀ ਨਹੀਂ ਆਉਂਦੀ। ਇਹ ਸੱਚ ਹੈ। ਕਈ ਭਾਵੇਂ ਗੁੱਸਾ ਹੀ ਕਰਨ, ਜਦੋਂ ਫਸੇ ਸੀ ਨਾ, ਬਾਬਾ ਜੀ ਕਰੋ ਅਰਦਾਸ, ਪਹਿਲੀ ਤਨਖਾਹ ਬੌਲੀ ਸਾਹਿਬ, ਹਾਂਜੀ। ਤੇ ਜਦੋਂ ਸੈੱਟ ਆ ਗਿਆ, ਫੋਨ ਕੀਤਾ ਵੀ ਵਾਹਿਗੁਰੂ ਵੇਸਣ ਹੀ ਦੇ ਦਿਓ ਕਿਲੋ। ਕਹਿੰਦੇ ਕਮੇਟੀ ਵਾਲੇ ਤੁਹਾਨੂੰ ਗੜੀ ਹੋਈ ਹੈ ਗੋਲਕ ਖਾ ਗਏ ਤੁਸੀਂ ਸਾਰੀ। ਫਿਰ ਇਦਾਂ ਦੇ ਬੋਲ। ਮੈਂ ਕਿਹਾ ਚਲੋ ਕੋਈ ਨਹੀਂ, ਅਸੀਂ ਤੇ ਉਦਣ ਵੀ ਉਹ ਸੀ ਤੇ ਅੱਜ ਵੀ ਉਹ ਹੈ। ਇਹ ਜਿਹਦਾ ਘਰ ਹੈ ਵੇਖ ਲਾ, ਇਹ ਦੇਣਾ ਵੀ ਜਾਣਦਾ ਹੀ। ਅੱਗੇ ਨਹੀਂ ਆਪਾਂ ਕੁਝ ਕਹਿਣਾ, ਉਹ ਸਤਨਾਮ ਸ੍ਰੀ। ਇਸ ਕਰਕੇ ਬਹੁਤ ਦੁਨੀਆ ਇਦਾਂ ਦੀ ਮਿਲਦੀ ਹੈ। ਮੁੜ ਕੇ ਕਹਿਣਗੇ ਹਾਂਜੀ ਕੌਣ ਬੋਲਦਾ ਜੀ? ਕਿਹੜਾ ਬਾਬਾ ਬੌਲੀ ਸਾਹਿਬ ਵਾਲਾ? ਅਸੀਂ ਨਹੀਂ ਜਾਣਦੇ। ਇਹ ਫਕੀਰ ਨੇ ਸੱਚ ਕਿਹਾ, ਕਹਿੰਦਾ ਬਾਬਾ ਤੂੰ ਕੌਣ ਹੈ? ਮਹਾਰਾਜ ਕਹਿੰਦੇ ਅਸੀਂ ਰੱਬ ਦੇ ਦਾਸ ਹੈ। ਮਹਾਰਾਜ ਇਹ ਝੂਠਿਆਂ ਦਾ ਸ਼ਹਿਰ ਹੈ, ਇਹ ਮਤਬਲ ਦੇ ਲੋਕ ਮਤਬਲੀ ਹੈ। ਜਦੋਂ ਇਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਇਹ ਭੁੱਲ ਜਾਂਦੇ ਹੈ। ਮਹਾਰਾਜ ਕਹਿੰਦੇ ਫਕੀਰਾ ਕੋਈ ਨਹੀਂ, ਇਹਨਾਂ ਨੂੰ ਬਖਸ਼ ਦੇ, ਨਿੱਕੇ ਆ ਤੂੰ ਵੱਡਾ ਏ, ਵੱਡਿਆਂ ਦੇ ਦਿਲ ਵੱਡੇ ਹੁੰਦੇ ਆ। ਉੱਥੇ ਪੰਕਤੀ ਢੁਕਦੀ, ਗੁਰ ਜੈਸਾ ਨਾਹੀ ਕੋ, ਗੁਰੂ ਵਰਗਾ ਦੇਵਤਾ ਕੋਈ ਨਹੀਂ। ਕਿਉਂਕਿ ਆਪਾਂ ਕਿਸੇ ਨੂੰ ਦੇ ਕੇ ਸੁਣਾ ਦਈਦਾ ਓਏ ਮੈਂ ਤੈਨੂੰ ਦਿੱਤਾ ਹੀ। ਔਰ ਗੁਰੂ ਸਾਹਿਬ ਬੇਪਰਵਾਹ ਪਤਾ ਨਹੀਂ ਕਿੰਨਾ ਕੁਝ ਦੁਨੀਆ ਨੂੰ ਵੰਡਤਾ। ਇੱਕ ਵਾਰੀ ਨਹੀਂ ਮਹਾਰਾਜ ਨੇ ਆਖਿਆ ਵੀ ਤੈਨੂੰ ਮੈਂ ਦੁਨੀਆ 'ਚ ਭੇਜਿਆ, ਸੋਹਣਾ ਬਣਾਇਆ, ਚੰਗੇ ਘਰ, ਚੰਗਾ ਸਰੀਰ, ਚੰਗੇ, ਤੂੰ ਮੇਰਾ ਨਾਮ ਨਹੀਂ ਲੈਂਦਾ ਤੇ ਮੈਂ ਤੇਰੀਆਂ ਅੱਖਾਂ ਹੀ ਅੰਨੀਆਂ ਕਰ ਦੇਣੀਆਂ। ਤੂੰ ਮੇਰੇ ਗੁਰਦੁਆਰੇ ਨਹੀਂ ਆਉਂਦਾ, ਮੈਂ ਤੇਰੀਆਂ ਲੱਤਾਂ ਹੀ ਤੋੜ ਦੇਣੀਆਂ। ਤੂੰ ਹੱਥਾਂ ਨਾਲ ਸੇਵਾ ਨਹੀਂ ਕਰਦਾ, ਮੈਂ ਤੇਰੀਆਂ ਬਾਹਾਂ ਵੜ ਦੇਣੀਆਂ। ਕਦੇ ਇਦਾਂ ਕੀਤਾ ਰੱਬ ਨੇ? ਨਾ। ਉਹ ਬੇਪਰਵਾਹ ਸਦਾ ਰੰਗ ਰਖੈ, ਉਹ ਆਪ ਵੱਡਾ ਹੈ। ਜਦੋਂ ਮਹਾਰਾਜ ਕਹਿੰਦੇ ਸੁਣ ਵੱਡਾ, ਕੇਵਡ ਵੱਡਾ, ਕੀਮਤ ਪਾਏ ਕਹਿਣੇ ਵਾਲੇ, ਵੱਡੇ ਮੇਰੇ ਗਹਿਰ ਗੁਣੀ ਕੋਈ ਨਾ ਜਾਣੈ। ਮਹਾਰਾਜ ਕੋਈ ਨਹੀਂ ਜਾਣ ਸਕਦਾ। ਨਾਨਕ ਹੈ ਨਾਮ ਨਿਰੰਕਾਰੀ, ਤਨ ਦੇਖ ਜਾਨ, ਖੱਤਰੀ ਕੀ ਜਾਤ, ਗੋਦ ਬੇਦੀ ਮਮ ਜਾਨੀਐ। ਧੰਨ ਮੇਰੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਹੈ। ਇੱਧਰ ਫਕੀਰ ਕੋਲੇ ਬੈਠੇ ਆ ਤੇ ਇੱਧਰ ਲੜੀਵਾਰ ਕਥਾ 'ਚ ਸਾਧੂ ਕੋਲੇ ਬੈਠੇ ਆ। ਮਹਾਰਾਜ ਮਿਲਦੇ ਇਦਾਂ ਹੀ ਰਹੇ ਸਾਰਿਆਂ ਨੂੰ। ਕੱਲ ਆਪਾਂ ਸਰਵਣ ਕੀਤਾ ਸੀ, ਮੇਰੇ ਬਾਬੇ ਨੂੰ ਪਤਾ ਲੱਗਾ ਕਿ ਪਿੰਡ ਦੇ ਬਾਹਰ ਕੋਈ ਰੱਬ ਦਾ ਪਿਆਰਾ ਆਇਆ। ਤੇ ਮਹਾਰਾਜ ਸਾਹਿਬ ਜੀ ਉੱਦਾਂ ਕਿਸੇ ਨਾਲ ਨਹੀਂ ਬੋਲਦੇ, ਚੌਂਕੜਾ ਮਾਰ ਕੇ ਆਨੰਦ ਚਿੱਤ ਰਹਿੰਦੇ ਐ। ਪਰ ਜਦੋਂ ਪਤਾ ਲੱਗਾ ਕੋਈ ਰੱਬ ਦਾ ਪਿਆਰਾ, ਚਾਅ ਚੜ ਗਿਆ। ਉਸੇ ਵੇਲੇ ਦੌੜ ਕੇ ਮਹਾਰਾਜ ਸਾਹਿਬ ਬਾਹਰ ਪਿੰਡ ਦੇ ਵੇਖਿਆ ਤੇ ਉੱਥੇ ਉਹ ਸਾਧੂ ਬੈਠਾ। ਤੇ ਜਦੋਂ ਮਹਾਰਾਜ ਨੇ ਵੇਖਿਆ ਸੰਗਤ ਵੀ ਬੈਠੀ, ਸਿਮਰਨ ਚੱਲਣ ਦਿਆ,
ਤੇ ਕੋਈ ਕੱਪੜੇ ਭੇਟਾ ਕਰ ਰਿਹਾ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਖੀਰ ਲੈ ਕੇ ਆ ਰਿਹਾ, ਜੋ ਵੀ ਰੱਬ ਨੇ ਕਿਸੇ ਨੂੰ ਦਿੱਤਾ ਉਹ ਲੈ ਕੇ ਆਉਂਦਾ। ਹਾਂਜੀ, ਭਾਵਨੀ ਦੇ ਨਾਲ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਜੀ ਗਏ ਤੇ ਕੀ ਵੇਖਿਆ ਮਹਾਰਾਜ ਨੇ ਵੀ ਸਾਰੀ ਸੰਗਤ ਕੁਝ ਨਾ ਕੁਝ ਭੇਟਾ ਦੇ ਰਹੀ ਹੈ ਤੇ ਅਸੀਂ ਤੇ ਲੈ ਕੇ ਨਹੀਂ ਆਏ। ਤੇ ਜਦੋਂ ਜੇਬਾਂ ਵੇਖੀਆਂ ਤੇ ਕੁਛ ਨਹੀਂ। ਜਦੋਂ ਜੇਬ ਨੂੰ ਹੱਥ ਮਾਰਿਆ ਤੇ ਗੁਰੂ ਨਾਨਕ ਦੇ ਹੱਥ ਵਿੱਚ ਮੋਟੀ ਛਾਪ ਸੋਨੇ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੈ ਗੱਲ ਹੀ ਬਣ ਗਈ। ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਸੁੰਦਰ ਕਟੋਰਾ ਤੇ ਇੱਕ ਛਾਪ ਮਹਾਰਾਜ ਸਾਹਿਬ ਜੀ ਨੇ ਉਹ ਲਾ ਕੇ ਤੇ ਉਸ ਮਹਾਂਪੁਰਖ ਨੂੰ ਮੱਥਾ ਟੇਕਦਾ। ਤੇ ਜਦੋਂ ਉਸ ਮਹਾਂਪੁਰਖ ਨੇ ਵੇਖਿਆ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਛਾਪ ਮਹਿੰਗੀ ਹੈ ਤੇ ਕਦੇ ਗੁਰੂ ਨਾਨਕ ਦੇ ਚਿਹਰੇ ਵੱਲ ਵੇਂਦੇ ਤੇ ਕਦੇ ਛਾਪ ਵੱਲ, ਤੇ ਸੰਗਤੇ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਪਰ ਤਿੰਨ ਚੀਜ਼ਾਂ ਨਹੀਂ ਮਿਲਦੀਆਂ, ਇੱਕ ਪੁੱਤਰ, ਇੱਕ ਪਿਆਰ, ਇੱਕ ਪਾਰਸ। ਇਹ ਤਿੰਨ ਚੀਜ਼ਾਂ ਜਿੱਥੇ ਮਰਜੀ ਅਮਰੀਕਾ ਪਦਾਰਥਾਂ ਦਾ ਸ਼ਿਖਰ ਹੈ ਉੱਥੇ ਸਭ ਕੁਝ ਮਿਲ ਜਾਂਦਾ ਪਰ ਉੱਥੇ ਪਿਆਰ ਨਹੀਂ ਮਿਲਦਾ, ਉੱਥੇ ਸਤਿਕਾਰ ਨਹੀਂ ਮਿਲਦਾ। ਦੁਨੀਆ ਆਪਣੀ ਬੀਜੀ ਮਰਜ਼ੀ ਦੇ ਵਿੱਚ ਕੋਈ ਕਿਸੇ ਵਾਸਤੇ ਟਾਈਮ ਨਹੀਂ। ਤੁਹਾਨੂੰ ਬੁਖਾਰ ਚੜਿਆ ਇੱਥੋਂ ਵਾਂਗੂ ਥੋੜਾ ਵੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ, ਬਿਮਾਰ ਇੱਕ ਹੁੰਦਾ ਤੇ 15 ਜਣੇ ਪਤਾ ਲੈਣ ਆਏ ਹੁੰਦੇ। ਕਿੰਨਾ ਵਧੀਆ ਹੁੰਦਾ। ਕਈ ਵਾਰੀ ਥੋੜੇ ਕੁ ਚਿਰ ਬਾਅਦ ਬੁਖਾਰ ਬਖੂਰ ਚੜੇ ਨਾ, ਨਿੱਕੇ ਹੁੰਦਿਆਂ ਬੜਾ ਚਾਹ ਹੁੰਦਾ। ਮਾਸੀਆਂ ਆ ਗਈਆਂ, ਦੋਵੇਂ ਭੂਆ ਆ ਗਈਆਂ, ਤਾਈ ਆ ਗਈ, ਕਿੰਨਾ ਪੰਜਾਬ ਰੰਗਲਾ ਸੀ। ਕਹਿਣਾ ਮੈਂ ਕਿਹਾ ਪੁੱਤ ਦਾ ਪਤਾ ਲਿਆਵਾਂ। ਉਹ ਜ਼ਿੰਦਗੀ ਵਧੀਆ ਸੀ ਕਿ ਅੱਜ ਉਹ ਆ ਜਿੱਥੇ ਕੋਈ ਬਹਿੰਦਾ ਹੀ ਕੋਲੇ ਨਹੀਂ, ਕੱਲੀ ਲਾਸ਼ ਅੰਦਰ ਪਈ ਰਹਿੰਦੀ। ਜੇ ਕੰਮ ਕਰੀ ਜਾਓ ਤਾਂ ਠੀਕ ਆ। ਤੋ ਇਸ ਕਰਕੇ ਇਹ ਧਰਤੀ ਵਰਗੀ ਧਰਤੀ ਨਹੀਂ ਲੱਭਣੀ ਜੋ ਮਰਜ਼ੀ ਕਰ ਲਓ। ਇਹ ਪਿਆਰ ਵੀ ਨਹੀਂ ਲੱਭਣਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਵਿੱਚ ਇਹ ਸਾਰਾ ਕੁਝ ਮਹਾਂਪੁਰਖ ਦੇ ਅੱਗੇ ਰੱਖਤਾ। ਤੇ ਉਸ ਸਾਧੂ ਨੇ ਪੁੱਛਿਆ, ਕਹਿਣ ਲੱਗੇ ਬਾਲਕ ਕੀ ਨਾਂ ਤੇਰਾ ਤੇ ਕੀ ਜਾਤ ਹੈ, ਕਿੰਨਾ ਦਾ ਮੁੰਡਾ ਹੈ? ਮਾਰੇ ਕਹਿੰਦੇ ਨਾਨਕ ਹੈ ਨਾਮ, ਨਿਰੰਕਾਰੀ ਤਨ ਖੇਵ ਜਾਣ। ਮਹਾਰਾਜ ਕਹਿੰਦੇ ਬਾਬਾ ਜੀ ਮੇਰਾ ਨਾਂ ਨਾਨਕ ਹੈ ਤੇ ਮੈਂ ਨਿਰੰਕਾਰੀ ਭੇਖ ਚ, ਭਾਵ ਮੈਨੂੰ ਇੱਕੋ ਇੱਛਾ ਕਿ ਮੇਰਾ ਰੱਬ ਮੈਨੂੰ ਮਿਲ ਜੇ। ਹਾਲਾਂਕਿ ਗੁਰੂ ਨਾਨਕ ਸਾਹਿਬ ਖੁਦ ਖੁਦਾ ਏ ਪਰ ਉਹਨਾਂ ਦੇ ਬੋਲ ਸਨ, ਕਹਿੰਦੇ ਖੱਤਰੀ ਕੀ ਜਾਤ ਗੋਦ ਬੇਦੀ ਮਮ ਜਾਨੀ। ਕਹਿੰਦੇ ਖੱਤਰੀਆਂ ਦੇ ਘਰ ਬੇਦੀ ਕੁਲ ਦੇ ਵਿੱਚ ਅਸੀਂ ਆਉਣਾ ਕੀਤਾ। ਕਹੈ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ, ਉਤਰ ਬਤਾਏ ਹਮ ਕੌਣ ਪਰਮਾਨੀਐ। ਤੁਮਾਰੇ ਸੱਚੇ ਪਾਤਸ਼ਾਹ ਜੀ ਦਇਆ ਦੇ ਸਾਗਰ ਨੂੰ ਇਹ ਸਾਧੂ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਤੇ ਕਹਿੰਦੇ ਅਸੀਂ ਨਿਰੰਕਾਰੀ ਆ, ਪਰ ਮੈਂ ਕਿੱਦਾਂ ਮੰਨਾਂ? ਮੈਨੂੰ ਵੀ ਕੋਈ ਸਬੂਤ ਦਿਓ ਨਾ ਵੀ ਤੁਸੀਂ ਹੁਣ ਆਪਾਂ ਕਹੀਏ ਵੀ ਅਸੀਂ ਸਾਰੇ ਰੱਬ ਨੂੰ ਮੰਨਣ ਵਾਲੇ ਆ। ਤੇ ਇਹਦਾ ਮਤਲਬ ਇਹ ਥੋੜਾ ਵੀ ਗਾਤਰਾ ਉੱਤੋਂ ਦੀ ਪਾਇਆ, ਚਿੱਟੇ ਕੱਪੜੇ, ਪੱਗ ਚੰਗੀ ਤੇ ਰੱਬ ਨੂੰ ਮੰਨਣ ਵਾਲਾ ਹੋਊਗਾ। ਨਹੀਂ, ਮਾਰੇ ਕਹਿੰਦੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ। ਕਈਆਂ ਨੂੰ ਅੰਮ੍ਰਿਤ ਦਾ ਵੀ ਹੰਕਾਰ ਹੋ ਜਾਂਦਾ। ਮੈਨੂੰ ਇਹ ਗੱਲ ਦੀ ਝਿੜਕ ਵੀ ਪੈਂਦੀ ਹੁੰਦੀ ਪਰ ਇਹ ਸੱਚ ਹੈ। ਕਈਆਂ ਨੇ ਬੜਾ ਲਹੂ ਪੀਤਾ ਆਪਣੇ ਟੱਬਰਾਂ ਦਾ, ਵੀ ਜੇ ਕਿਤੇ ਛਾਕ ਆਇਆ ਤੇ ਸਾਰੇ ਟੱਬਰ ਦਾ ਜੀਣਾ ਹਰਾਮ ਹੀ ਕੀਤਾ, ਭਾਂਡੇ ਚੁੱਕ ਚੁੱਕ ਮਾਰੀ ਜਾਂਦਾ। ਮਾਰੇ ਕਹਿੰਦੇ ਇਦਾਂ ਥੋੜਾ ਵਾ। ਅੰਮ੍ਰਿਤ ਦੇ ਅਰਥ ਹੈ ਮੌਤ ਤੋਂ ਰਹਿਤ, ਰਸ ਵਾਲਾ, ਟਿਕਾਊ ਵਾਲਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰ ਦੇ ਵਧੇ ਕੀ ਨਹੀਂ ਕਰਦੇ ਰਹੇ। ਪਿਆਰ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਆਪਸ ਕੋ ਜੋ ਜਾਣੇ ਨੀਚਾ, ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ, ਨਿਮਰਤਾ ਵਿੱਚ ਰਹੋ। ਇਹ ਕੋਈ ਪਤਾ ਨਹੀਂ ਵੀ ਤੂੰ ਕਕਾਰ ਪਾ ਕੇ ਹੰਕਾਰ ਕਰਦਾ ਏ, ਦੂਜੇ ਕੋ ਕਕਾਰ ਨਹੀਂ ਪਰ ਪਿਆਰ ਤੇਰੇ ਨਾਲੋਂ ਜ਼ਿਆਦਾ ਹੀ ਹੋਵੇ, ਉਹ ਜ਼ਿਆਦੀ ਸ਼ਰਧਾ ਵਾਲਾ ਹੋਵੇ। ਪਰ ਇੰਨਾ ਕੁ ਜ਼ਰੂਰ ਹੈ ਵੀ ਕਦੇ ਮਾਣ ਨਹੀਂ ਕਰਨਾ। ਪਿਆਰੀ ਰੂਹ ਬਣ ਵੀ ਤੈਨੂੰ ਵੇਖ ਕੇ ਕੋਈ ਆਪ ਕਵੇ ਵੀ ਐਸ ਰੂਹ ਨੇ ਅੰਮ੍ਰਿਤ ਛਕਿਆ ਮੈਂ ਵੀ ਛਕਣਾ, ਪਰ ਮੈਨੂੰ ਤਾਂ ਲੱਗਦਾ ਨਹੀਂ। ਇੰਨਾ ਜ਼ਰੂਰ ਸੁਣੀਦਾ ਵੀ ਜਿਹਦੇ ਆਪਾਂ ਹਰਕਤਾਂ ਇੱਦਾਂ ਦੀਆਂ ਕਰਦੇ ਅੰਮ੍ਰਿਤ ਛਕ ਕੇ ਅਗਲਾ ਕਹਿੰਦਾ ਇਦੋਂ ਉੱਦਾਂ ਹੀ ਚੰਗੇ। ਇਹ ਸ਼ਬਦ ਕਿਉਂ ਅਗਲਾ ਕਹਿੰਦਾ? ਇਹਦਾ ਮਤਲਬ ਆਪਾਂ ਪੂਰੇ ਨਹੀਂ ਪਿਆਰ ਵਿੱਚ, ਆਪਾਂ ਰੌਂਗ ਆ ਕਿਤੇ, ਆਪਾਂ ਕਿਸੇ ਦਾ ਦਿਲ ਜਿੱਤਣਾ। ਹੁਣ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਪੜ੍ਹਿਓ। ਮਹਾਰਾਜ ਕਹਿੰਦੇ ਜਾਣੇ ਆਵਣ ਕਾ ਜਨ ਕੈ ਸੰਗ। ਮਹਾਰਾਜ ਕਹਿੰਦੇ ਤੂੰ ਇਦਾਂ ਦਾ ਬਣਨਾ ਵੀ ਤੈਨੂੰ ਵੇਖ ਕੇ ਕੋਈ ਆਪ ਆਵਾਜ਼ ਮਾਰ ਕੇ ਕਵੇ ਜੀ 2 ਮਿੰਟ ਬਚਨ ਹੀ ਸੁਣਾ ਦੇ।
ਏਦਾਂ ਦਾ ਨਾ ਬਣੀ ਵੀ ਤੂੰ ਤੁਰਿਆ ਆਉਂਦਾ ਹੋਵੇਂ ਤੇ ਅਗਲਾ ਕੇ ਪਰੇ ਹੋ ਜਾਵੇ ਤੇ ਪਾਗਲ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਜੀ ਕਹਿਣ ਲੱਗੇ, ਮਹਾਤਮਾ ਜੀ ਮੈਂ ਨਿਰੰਕਾਰ ਨੂੰ ਮਿਲਣ ਵਾਸਤੇ ਆਇਆ, ਤੇ ਜਿਹੜੇ ਟੁੱਟੇ ਉਹਨਾਂ ਨੂੰ ਵੀ ਜੋੜਨ ਆਇਆ ਏ। ਤੇ ਸਾਧੂ ਵੀ ਅੱਗੋਂ ਪੁੱਜਿਆ ਸੀ, ਕਹਿੰਦੇ ਸਾਨੂੰ ਕੀ ਪਤਾ ਲੱਗੂ, ਕਿਉਂਕਿ ਸਾਧੂ ਨੇ ਪਰਖ ਕੀਤੀ। ਜਦੋਂ ਮਹਾਰਾਜ ਨੇ ਲੋਟਾ ਤੇ ਛਾਪ ਕੱਢ ਕੇ ਅੱਗੇ ਰੱਖਤੀ ਨਾ, ਸਾਧੂ ਭਿੱਜਿਆ ਸੀ, ਉਹਨੂੰ ਇਦਾਂ ਲੱਗਾ ਵੀ ਕੋਈ ਪਤਾ ਨਾ ਹੋਵੇ ਕਿ ਇਹ ਬਾਲਕ ਸਾਡੀ ਪਰਖ ਹੀ ਲੈਂਦਾ ਹੋਵੇ, ਵੀ ਇਹ ਬਾਬਾ ਕਿੱਦਾਂ ਦਾ ਭਲਾ, ਵੀ ਇਹ ਡਿੱਗਦਾ ਵਾ ਕਿ ਬਚਦਾ ਵਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਵੀ ਸਾਨੂੰ ਕਿੱਦਾਂ ਪਤਾ ਲੱਗੇ ਵੀ ਤੁਸੀਂ ਵਾਕਿਆ ਨਿਰੰਕਾਰ ਦੇ ਹੋ। ਰਾਵਰਤ ਸੰਤ ਰੂਪ ਮਤੋ ਹੈ ਅਨੂਪ ਸ਼ੁਭ ਭਏ ਨਿਰੰਕਾਰ ਹੋ ਕੇ ਭੇਦ ਨਾ ਪਛਾਨੀ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ, ਬਾਬਾ ਕੀ ਸਬੂਤ ਚਾਹਣਾ ਹੈ, ਕੀ ਚਾਹੀਦਾ ਦੱਸ ਮੈਨੂੰ, ਕਿ ਤੈਨੂੰ ਮੈਂ ਆਪਣੇ ਆਪ ਦਾ ਸਬੂਤ ਦੇਵਾਂ ਕਿ ਮੈਂ ਰੱਬ ਨੂੰ ਮਿਲਣ ਆਇਆ ਹਾਂ। ਐਸੇ ਕਹਿ ਵਾਕਲੀਨੀ ਕਰਕੇ ਉਤਾਰ ਛਾਪ ਲੋਟੇ ਕੇ ਸਮੇਤ ਤਾਂ ਦੀਨੀ ਸੁਖ ਦਾਨੀ ਹੈ। ਤੋ ਮੇਰੇ ਪਾਤਸ਼ਾਹ ਮਹਾਰਾਜ ਬਹੁਤ ਪਿਆਰ ਦੇ ਵਿੱਚ ਹੱਸ ਪਏ, ਆਖੋ ਸਤਿਨਾਮ। ਕਿਉਂਕਿ ਉਹ ਮਹਾਂਪੁਰਖ ਵੀ ਚਾਹੁੰਦਾ ਸੀ ਵੀ ਇਹ ਵਾਕਿਆ ਹੀ ਨਿਰੰਕਾਰੀ ਹੈ ਕਿ ਬਾਲਕ ਹੈ। ਉਹਨੇ ਵੀ ਨਹੀਂ ਹੱਥ ਲਾਇਆ ਛਾਪ ਗੜਵੇ ਨੂੰ, ਮੇਰੇ ਵਰਗਾ ਹੁੰਦਾ ਤੇ ਜਦੋਂ ਲਾ ਕੇ ਰੱਖੀ ਉਦੋਂ ਹੀ ਸਰੋਪਾ ਪਾ ਦਿੰਦਾ। ਪਰ ਮਹਾਂਪੁਰਖ ਨੇ ਵੇਖਿਆ ਵੀ ਪਹਿਲਾਂ ਵੇਖੀਏ ਸਹੀ, ਟੁੱਲ ਤੇ ਸਹੀ ਵੀ ਇਹ ਕਿੰਨੇ ਕੁ ਪਾਣੀ 'ਚ ਹੈ। ਤੋ ਇਸ ਕਰਕੇ ਸਾਧ ਸੰਗਤ ਕਈ ਵਾਰੀ ਪਰਖ ਹੁੰਦੀ ਬੰਦੇ ਦੀ। ਕਈ ਮੰਨ ਲਓ ਉਪਰੇ ਬੰਦੇ ਜਾਂ ਕੋਈ ਭੈਣ ਵੀਰ ਜਾਂ ਤੁਹਾਨੂੰ ਫੋਨ ਕਰੂਗਾ, ਅਗਲਾ ਕਈ ਵਾਰੀ ਟੋਂਦਾ ਵਾ ਵੀ ਇਹ ਬੰਦਾ ਕਿੱਥੇ ਕੁ ਖੜੋਤਾ, ਤੇ ਕਈ ਵਾਰੀ ਆਪਾਂ ਛੇਤੀ ਡਿੱਗ ਪਈਦਾ। ਆਖੋ ਸਤਿਨਾਮ। ਬਹੁਤ ਤਰ੍ਹਾਂ ਦੀ ਦੁਨੀਆ ਹੈਗੀ ਅੱਜ ਕੱਲ੍ਹ। ਸਮਾਂ ਇੱਦਾਂ ਦਾ, ਫੋਨ ਅਗਲਾ ਬਾਅਦ 'ਚ ਕਰਦਾ, ਰਿਕਾਰਡਿੰਗ ਪਹਿਲਾਂ ਲੱਗੀ ਹੁੰਦੀ ਵੀ ਕੀ ਬੋਲਦੇ ਅੱਗੋਂ। ਬਹੁਤੇ ਇੱਦਾਂ ਹੀ ਪੁੱਛ ਲੈਣਗੇ ਜੀ ਤੁਸੀਂ ਇਹ ਕਿੰਨੀ ਬਾਣੀ ਪੜ੍ਹਦੇ ਹੋ, ਕੀ ਸੇਵਾ ਲੈਂਦੇ ਕਿੱਦਾਂ, ਉਹ ਨਾਲ ਹੀ ਲੱਗੀ ਹੁੰਦੀ ਹੈ ਵੀ ਕੀ ਬੋਲਦਾ ਬੰਦਾ। ਮੁੜ ਕੇ ਉਹ ਚੱਕ ਕੇ ਅਗਲੇ ਕਹਿੰਦੇ ਆ ਵੇਖੋ ਬਹੁਤ ਸਮਾਂ ਬੁਰਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੂੰ ਸਾਧੂ ਕਹਿੰਦਾ ਜੀ ਦੱਸੋ ਤੁਸੀਂ ਨਿਰੰਕਾਰੀ ਹੈ। ਤੇ ਮਹਾਰਾਜ ਨੇ ਗੜਵਾ ਤੇ ਛਾਪ ਚੁੱਕ ਕੇ ਸਾਧੂ ਦੀ ਝੋਲੀ 'ਚ ਪਾ ਦਿੱਤੀ। ਕਹਿੰਦੇ ਮਹਾਂਪੁਰਖ ਜੀ ਜੋ ਤੁਸੀਂ ਸੋਚਦੇ ਆ ਨਾ, ਮੈਂ ਤੁਹਾਡਾ ਅੰਤ ਲੈਣ ਵਾਸਤੇ ਨਹੀਂ ਲਾਈ, ਮੈਂ ਤੁਹਾਨੂੰ ਪਰਖਣ ਵਾਸਤੇ ਤੁਹਾਡੇ ਲਈ ਭੇਟਾ ਨਹੀਂ ਦਿੱਤੀ, ਮੈਂ ਸੱਚੀ ਮੁੱਚੀ ਤੁਹਾਡੇ ਪਿਆਰ ਨੂੰ ਮੱਥਾ ਟੇਕਿਆ। ਆਖੋ ਸਤਿਨਾਮ। ਐਸੇ ਬਚਨ ਮਹਾਰਾਜ ਜੀ ਨੇ ਪਿਆਰ ਦੇ ਵਿੱਚ ਕੀਤੇ ਹਨ। ਕਹੇ ਪੁਨ ਸੰਤ ਹਮ ਪਹੁੰਚੀ ਸੋਲੇ ਅਬ ਨਹੀਂ ਮੋਹਿ ਕਾਮ ਨਿਜ ਧਾਮ ਲੈ ਸਿਦਾਈ ਹੈ। ਕਹਿੰਦੇ ਜਦੋਂ ਇੰਨੇ ਬਚਨ ਸੁਣੇ ਤੇ ਉਸ ਸਾਧੂ ਦੀਆਂ ਅੱਖਾਂ 'ਚ ਜਲ ਵਹਿ ਤੁਰਿਆ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਕਦਮਾਂ ਨੂੰ ਲਾ ਦਿੱਤੇ। ਜਿੰਨੀ ਸੰਗਤ ਬੈਠੀ ਸਾਧੂ ਦੇ ਚੇਲੇ ਹੈਰਾਨ ਕਿ ਸਾਡੇ ਇਸ ਸਾਧੂ ਨੇ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਿਆ, ਨਾ ਕਿਸੇ ਤੋਂ ਕੁਝ ਮੰਗਿਆ। ਲਾਲਚੀ ਬਾਬਾ ਨਹੀਂ ਇਹ ਫਕਰ ਹੈ ਰੱਬ ਦਾ ਸੱਚਾ। ਪਰ ਅੱਜ ਇਸ ਬਾਲਕ ਨੂੰ ਇਹਨੇ ਸਜਦਾ ਕੀਤਾ। ਇਹ ਬਾਲਕ ਕੋਈ ਆਮ ਨਹੀਂ ਹੋ ਸਕਦਾ, ਇਹ ਕੋਈ ਨਿਰੰਕਾਰੀ ਜੋਤ ਹੈ। ਸਾਧੂ ਦੇ ਨੇਤਰ ਡੁੱਲ ਆਏ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੇ ਤੁਸੀਂ ਸੱਚਾ ਪਿਆਰ ਕੀਤਾ ਨਾ ਤੇ ਕੀਤਾ ਮੈਂ ਵੀ ਸੱਚਾ ਹੀ ਹੈ। ਇਹਨੂੰ ਕਹਿੰਦੇ ਪਿਆਰ। ਜਿਹੜਾ ਚੀਜ਼ਾਂ ਦੇ ਨਾਲ ਬੰਦਾ ਜੁੜਿਆ ਹੋਵੇ ਉਹ ਪਿਆਰ ਥੋੜਾ ਚਿਰ ਹੀ ਰਹਿੰਦਾ। ਉਹ ਇੱਕ ਹੁੰਦੀ ਭਾਈਚਾਰਾ, ਇੱਕ ਹੁੰਦਾ ਰਿਸ਼ਤੇਦਾਰੀ, ਇੱਕ ਹੁੰਦਾ ਭਾਈਚਾਰੇ ਦੇ ਅਰਥ ਇਹ ਹੁੰਦੇ ਆ ਵੀ ਉਹਨਾਂ ਚਿਰ ਨਿਭਦਾ ਜਿੰਨਾ ਚਿਰ ਚਾਰਾ ਕਰੀ ਜਾਓ। ਚਾਰਾ ਉਹ ਸਮਝਦੇ ਹੋ ਵੀ ਜੇ ਅਗਲਾ 200 ਸ਼ਗਨ ਪਾ ਗਿਆ ਤੁਸੀਂ 500 ਦੇ ਆਓ, ਜੇ ਅਗਲਾ ਇੱਕ ਸੂਟ ਦੇ ਗਿਆ ਤੁਸੀਂ 2 ਦੇ ਦਿਓ। ਇਹਨੂੰ ਕਹਿੰਦੇ ਭਾਈ ਪਲੱਸ ਚਾਰਾ। ਜਿੰਨਾ ਚਿਰ ਚਾਰਾ ਕਰੀ ਜਾਓ ਉਹਨਾਂ ਚਿਰ ਨਿਭੀ ਜਾਊ। ਇੱਕ ਪ੍ਰੋਗਰਾਮ ਤੇ ਨਾ ਗਏ ਤੇ ਬਸ ਉੱਥੇ ਖਤਮ ਹੋ ਜਾਏ। ਇਹਨੂੰ ਭਾਈਚਾਰਾ ਸ਼ਬਦ ਕਹਿੰਦੇ ਹੈ। ਹਾਂਜੀ, ਇਸ ਕਰਕੇ ਮਹਾਰਾਜ ਕਹਿੰਦੇ ਚਾਰਾ ਕਰੀ ਜਾਓ ਤੇ ਕੰਮ ਚੱਲਦਾ। ਪਰ ਜਿਹੜਾ ਪਿਆਰ ਹੁੰਦਾ ਉਹਦੇ 'ਚ ਇਹ ਚੀਜ਼ ਨਹੀਂ ਹੁੰਦੀ। ਅੱਜ ਸਾਰੀ ਦੁਨੀਆ 'ਚ 99% ਭਾਈਚਾਰਾ ਰਿਸ਼ਤੇਦਾਰੀ ਹੈ, 1% ਪਿਆਰ ਹੈ। ਹੁਣ ਤੇ ਇੱਥੋਂ ਤੱਕ ਆਪਾਂ ਵੇਖ ਹੀ ਲਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ ਲੈ ਕੇ ਅਰਦਾਸਾਂ ਹੋਈਆਂ ਹੁੰਦੀਆਂ ਤੇ ਬਾਹਰ ਜਾ ਕੇ ਮੁੜ ਕੇ ਪਿੱਛੋਂ ਸੱਦਦੇ ਹੀ ਨਹੀਂ। ਅਗਲਾ ਉੱਥੇ ਪੈਲੀ ਵੇਚ ਕੇ ਲਾਉਂਦਾ ਪੈਸੇ। ਕਿੰਨੇ ਮੁੰਡੇ ਮਰ ਗਏ ਫਾਹ ਲੈ ਕੇ। ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਹੈਗਾ ਦੁਨੀਆ 'ਚ ਜਿਹਦੇ ਸਾਹਮਣੇ ਆਪਾਂ ਮੰਨ ਲਓ ਬਚਨ ਕਰ ਲਿਆ ਵੀ ਅੱਜ ਤੋਂ ਤੂੰ ਮੇਰਾ
ਤੇ ਬਾਹਰ ਜਾ ਕੇ ਹੋਰ ਕਰਾ ਲਿਆ। ਪਿਛਲਾ ਵਿਚਾਰਾ ਤਰਲੇ ਲੈ ਲੈ ਕੇ ਅੰਤ ਨੂੰ ਦਵਾਈ ਖਾ ਕੇ ਮਰ ਗਿਆ, ਕਿਉਂਕਿ ਉਹਦੇ ਪੱਲੇ ਕੀ ਰਹਿ ਗਿਆ? ਇੱਜ਼ਤ ਵੀ ਜਾਂਦੀ ਲੱਗੀ, ਪੈਸੇ ਵੀ ਚਲੇ ਗਏ। ਤੇ ਕਿੰਨਾ ਔਖਾ ਹੋ ਜਾਂਦਾ ਜੀ, ਕਦੇ ਫੀਲ ਕਰਕੇ ਵੇਖਿਓ। ਤੇ ਬਹੁਤਿਆਂ ਦਾ ਆਪਾਂ ਹੁਣ ਪੜ੍ਹੇ ਲਿਖੇ ਤੇ ਉਹ ਦੇਣਾ ਪੈਣਾ ਜ਼ਰੂਰ। ਜਿਹੜਾ ਕਿਸੇ ਦਾ ਆਪਾਂ ਦਿਲ ਦਿਖਾਉਣੇ ਨਾ, ਉਹਦਾ ਅੰਤ ਮੁੜ ਕੇ ਬੰਦੇ ਨੂੰ ਮਿਲਦਾ ਜ਼ਰੂਰ। ਆਖੋ ਸਤਨਾਮ। ਚਲੋ ਬੰਦੇ ਤੋਂ ਬੰਦਾ ਠੱਗੀ ਮਾਰ ਲੂ, ਪਰ ਰੱਬ ਤੋਂ ਤਾਂ ਨਹੀਂ ਨਾ ਵੱਜਦੀ। ਉਹ ਫਿਰ ਅਗਲੇ ਜਨਮ ਦੇ ਵਿੱਚ ਉਹ ਇਦਾਂ ਬਣ ਕੇ ਆਉਂਦੇ ਜਿਨ੍ਹਾਂ ਦੀਆਂ 2 ਲੱਤਾਂ 2 ਧੌਣਾ ਵੇਖੀਆਂ ਵੀਡੀਓ, ਇੱਕ ਜੰਮਦਾ ਬੱਚਾ ਤੇ ਉਹਦੇ ਮੌਰਾਂ ਦੇ ਵਿੱਚ ਏਡਾ ਫੋੜਾ, ਤੇ ਡਾਕਟਰ ਵੀ ਉੱਥੇ ਅੱਖਾਂ ਭਰ ਕੇ ਵੇਖਣ ਦਾ, ਤੇ ਉਹ ਐਂ ਚੀਕਾਂ ਮਾਰਦਾ ਤੇ ਥੱਲੇ ਲਿਖਿਆ ਫਲ ਤੇਰੇ ਕਰਮਾਂ ਦਾ। ਕਈ ਵਾਰੀ ਬੰਦਾ ਕਹਿੰਦਾ ਕਿਹੜਾ ਗੁਰਦੁਆਰਾ, ਕਿਹੜੀ ਕਥਾ, ਕਿਹੜਾ ਉਹ, ਇੱਥੇ ਆਪਦਾ ਛਕੋ, ਕੌਣ ਵੇਂਦਾ? ਪਰ ਇਹ ਘਰ ਬੜਾ ਬੇਅੰਤ ਹੈ। ਇਹ ਹੱਥ ਨਾ ਕਰਕੇ ਵੇਖ ਲਾ, ਦੂਜੇ ਨਾਲ ਅੱਗੇ ਆ ਜਾਣਾ। ਮੁੜ ਕੇ ਫਿਰ ਆਪਾਂ ਰੋਈਦਾ ਜੀ ਮਹਾਰਾਜ ਤੁਸੀਂ ਮੇਰੇ ਨਾਲ ਧੱਕਾ। ਮਹਾਰਾਜ ਧੱਕਾ ਨਹੀਂ ਕਰਦੇ। ਮਹਾਰਾਜ ਕਹਿੰਦੇ ਜੈਸਾ ਬੀਜੈ ਸੋ ਲੁਣੈ, ਤੇਰੇ ਕਰਮਾਂ ਦਾ ਖੇਤ ਤੂੰ ਆਪ ਹੀ ਬੀਜਿਆ। ਬਾਬੇ ਫਰੀਦ ਦਾ ਸ਼ਲੋਕ ਹੈ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਹੰਡੈ ਉਨਕ ਤਾਇਂਦਾ। ਬਾਬਾ ਫਰੀਦ ਸਾਹਿਬ ਕਹਿੰਦੇ ਬੀਜੀਆਂ ਕਿੱਕਰਾਂ ਤੇ ਭਾਲਦਾ ਨਾਖਾਂ। ਇਹ ਅੱਜ ਤੁਸੀਂ ਬੀਜ ਬੀਜਣ ਦਾ ਇੱਥੇ ਆ ਕੇ ਗੁਰੂ ਕੋਲ ਰੋਜ਼ 60 ਮਿੰਟ, ਇਹ ਉਗਣਾ ਜ਼ਰੂਰ ਆ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਹੀਂ ਰੱਖਦੇ ਕਿਸੇ ਦਾ ਹੱਕ। ਜਿੱਦਾਂ ਹਰਿਮੰਦਰ ਸਾਹਿਬ ਤੁਹਾਨੂੰ ਕਥਾ ਸੁਣਾਈ ਵੀ ਗੱਡੀ ਚੜਾਤੀ ਉਹਨੇ, 9 ਲੱਖ ਦੀ ਗੱਡੀ ਸੀ, ਤੇ ਗੱਡੀ ਦੀ ਅਰਦਾਸ ਹੋ ਗਈ ਤੇ ਉਹ ਵਿਚਾਰਾ ਚਾਬੀ ਨਹੀਂ ਚੁੱਕੀ। ਕਹਿੰਦਾ ਗੁਰੂ ਰਾਮਦਾਸ ਹੁਣ ਤੇਰੀ ਆ। ਘੰਟੇ ਇੱਕ ਦੇ ਵਿੱਚ ਗੁਰੂ ਰਾਮਦਾਸ ਆਪ ਆਏ, 9 ਲੱਖ ਤੇ 35,000 ਰੁਪਈਆ ਝੋਲੇ 'ਚ ਪਾ ਕੇ ਫੜਾ ਗਏ। ਤੇ ਜਦੋਂ ਅਰਦਾਸੀਏ ਨੂੰ ਕਹਿੰਦੇ ਬਾਬਾ ਜੀ ਆ ਪੈਸੇ ਕੋਈ ਦੇ ਗਿਆ, ਆਇਆ ਨਹੀਂ। ਉਹ ਕਹਿੰਦਾ ਤੈਨੂੰ ਪਤਾ ਗੁਰੂ ਰਾਮਦਾਸ ਆਏ ਆ। ਓਏ ਕੋਈ 5 ਰੁਪਈਏ ਨਹੀਂ ਫੜਾਉਂਦਾ ਕਿਸੇ ਨੂੰ। ਕਿਹੜਾ ਪਾਗਲ ਹੋਵੇਗਾ ਜਿਹੜਾ ਤੈਨੂੰ ਆ ਕੇ ਝੋਲਾ ਫੜਾ ਕੇ ਕਵੇ ਮੈਂ ਇਸ਼ਨਾਨ ਕਰ ਲਾਂ, ਉਹ ਵੀ 9 ਲੱਖ। ਉਹ ਕਹਿੰਦਾ ਜੀ ਤੇਰੀ ਗੱਡੀ ਦੀ ਭੇਟਾ ਦੇ ਗਏ ਗੁਰੂ ਸਾਹਿਬ, ਤੇਰੀ ਨੀਤ ਸੁੱਧ ਹੈ। ਉਹ ਕਹਿੰਦਾ ਜੀ ਮੇਰੀ 9 ਲੱਖ ਦਾ ਬਿੱਲ ਕੱਟਿਆ। ਕਹਿੰਦੇ ਗੁਰੂ ਰਾਮਦਾਸ 1 ਘੰਟੇ ਦਾ 35,000 ਵਿਆਜ ਵੀ ਦੇ ਗਏ। ਗੁਰੂ ਕਦੇ ਨਹੀਂ ਰੱਖਦਾ। ਇਹ ਗਲਤ ਫਹਿਮੀ 'ਚ ਨਾ ਰਿਓ ਕਿਤੇ ਵੀ। ਤੁਸੀਂ ਆਉਣੇ ਆ ਤੇਲ ਬਾਲ ਕੇ ਟਾਈਮ ਖਰਾਬ ਕਰਦੇ ਆ। ਕਈ ਕਹਿੰਦੇ ਨਾ ਵੀ ਐਵੇਂ ਉੱਥੇ ਵੇਲੇ ਜਾਂਦੇ, ਨਹੀਂ ਪਿਆਰਿਓ, ਨਾ ਇਦਾਂ ਨਾ ਕਿਤੇ ਸੋਚਿਓ। ਕਿਸੇ ਦੇ ਘਰ ਬੰਦਾ ਉਦਾਂ ਹੀ ਚਣਾ ਚੱਕ ਚੱਲ ਜਾਵੇ ਨਾ, ਤੇ ਅਗਲਾ ਵੀ ਕਹਿੰਦਾ ਵੀ ਚਾਹ ਤੋਂ ਬਿਨਾਂ ਨਹੀਂ ਜਾਣ ਦੇਣਾ। ਤੇ ਜੇ ਅਗਲਾ ਇੰਨਾ ਪਿਆਰ ਕਰਦਾ ਦੁਨਿਆਵੀ, ਤੇ ਬਾਬਾ ਉਦਾਂ ਹੀ ਮੋੜ ਦੂ। ਗੱਜ ਕੇ ਕਹਿ ਦਿਓ ਸਤਨਾਮ। ਧੰਨ ਮੇਰੇ ਨਾਨਕ ਜੀ ਸਾਧੂ ਦੇ ਨਾਲ ਪਿਆਰ ਕਰ ਰਹੇ ਹਨ ਪ੍ਰੇਮ ਦੇ ਵਿੱਚ, ਔਰ ਭਿੱਜੇ ਹੋਏ ਉਸ ਸਾਧੂ ਦੇ ਨੇਤਰ ਭਰੇ। ਕਹਿੰਦੇ ਮਹਾਰਾਜ ਜੇ ਤੁਸੀਂ ਪਿਆਰ ਕਰਦੇ ਤੇ ਮੈਂ ਵੀ ਕੀਤਾ। ਮਹਾਰਾਜ ਸਾਹਿਬ ਕਹਿੰਦੇ ਫਿਰ ਰੋਏ ਕਿਉਂ? ਕਹਿੰਦੇ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਲੋਟਾ ਪਾਦਾ ਤੁਸੀਂ, ਸੋਨੇ ਦੀ ਛਾਪ ਪਾਤੀ, ਤੇ ਪਤਾ ਤੁਹਾਨੂੰ ਵੀ ਹੈ ਕਿ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ। ਕਹਿੰਦੇ ਜਿਹੜੇ ਗ੍ਰਸਤੀ ਕੋਲ ਮਾਇਆ ਨਹੀਂ ਉਹ ਵੀ ਕੌਡੀ ਦਾ ਨਹੀਂ, ਤੇ ਜਿਹੜੇ ਸਾਧੂ ਕੋ ਮਾਇਆ ਉਹ ਵੀ ਕੌਡੀ ਦਾ ਨਹੀਂ ਹੈ। ਹੁਣ ਆਮ ਵੇਖੇ 2-3 ਆਪਾਂ ਕੀ ਨਾਂ ਲੈਣਾ, ਜਿਹੜੇ ਅੱਜ ਸਿੱਖੀ ਨੂੰ ਨਿੰਦਣ ਦਾ, ਇਹਨਾਂ ਦੇ ਕੋਲ ਮਾਇਆ ਹੀ ਆਈ ਤੇ ਦਿਮਾਗ ਖਰਾਬ ਹੋ ਗਿਆ। ਹੁਣ ਢੰਡਰੀਆਂ ਵਾਲਾ ਕਹਿ ਲਓ, ਭਾਵੇਂ ਮੇਰਾ ਜ਼ਿਕਰ ਨਹੀਂ ਜੀ ਕਰਦਾ ਹੁੰਦਾ, ਤੇ ਇੱਕ ਤਬਲੇ ਬਾਜੇ ਤੋਂ ਤੁਰਿਆ ਸੀ ਇਹ ਬੰਦਾ, ਤੇ ਗਜਾ ਕਰਦਾ ਹੁੰਦਾ ਸੀ ਪਿੰਡਾਂ 'ਚ ਮਹਾਂਪੁਰਖਾਂ ਕੋ ਰਹਿ ਕੇ। ਤੇ ਇਹਨੇ ਸਭ ਤੋਂ ਪਹਿਲਾਂ ਇਹਦੀ ਕੈਸਟ ਵਿੱਚ ਇਹਨੇ ਜ਼ਿਕਰ ਕਿਹਾ ਸੀ ਜੀ ਮੈਨੂੰ ਕੈਂਸਰ ਹੈ, ਤੇ ਮੈਨੂੰ ਡਾਕਟਰਾਂ ਕਹਿਤਾ ਵੀ ਇਹਨੇ 15-20 ਦਿਨ ਕੱਢਣੇ ਆ, ਮਰ ਜਾਣਾ। ਇਹ ਇਹਦੀ ਸ਼ੁਰੂ ਤੋਂ ਵੇਖ ਲਿਓ ਪੁਰਾਣੀ। ਤੇ ਫਿਰ ਕਹਿੰਦੇ ਮੈਨੂੰ ਬਾਬਾ ਜੀ ਉਹਨਾਂ ਨੂੰ ਦੇ ਗਏ ਡੇਰੇ ਤੇ ਵੀ ਬਾਬਾ ਜੀ ਇਹਨੇ ਮਰ ਤੇ ਜਾਣਾ ਤੇ ਤੁਹਾਨੂੰ ਹੀ ਚੜਾਤਾ। ਤੇ ਉੱਥੇ ਜਿਹੜੇ ਮਹਾਂਪੁਰਖ ਸੱਚਖੰਡ ਚਲੇ ਗਏ ਤੇ ਉਹਨਾਂ ਨੇ ਇਹਨੂੰ ਲੈ ਲਿਆ ਗੋਦੀ 'ਚ। ਹੁਣ ਪਤਾ ਨਹੀਂ ਇਸ ਕਹਾਣੀ ਪਿੱਛੇ ਕੀ ਰਾਜ ਕੀ ਨਹੀਂ, ਤੇ ਉਹਨਾਂ ਨੇ ਫਿਰ ਸੇਵਾ ਲਾਤੀ। ਤੇ ਫਿਰ ਹੌਲੀ ਹੌਲੀ ਇਹ ਜ਼ਿਕਰ ਹੋ ਗਿਆ ਜੀ ਮਹਾਂਪੁਰਖਾਂ ਦੀ ਕਿਰਪਾ ਨਾਲ ਕੈਂਸਰ ਹੀ ਖਤਮ ਹੋ ਗਿਆ। ਅੱਜ ਉਹ ਬੰਦਾ ਕਹਿੰਦਾ ਰੱਬ ਹੈ ਹੀ ਨਹੀਂ, ਉਹ ਕਹਿੰਦਾ ਹਰਿਮੰਦਰ ਸਾਹਿਬ ਹੈ ਹੀ ਨਹੀਂ। ਅੱਜ ਉਹ ਕਹਿੰਦਾ ਇਤਿਹਾਸ ਦੀ ਕਥਾ ਤੇ ਕਰਨੀ ਨਹੀਂ ਚਾਹੀਦੀ। ਕੀ ਕੁਝ ਬੋਲੀ ਜਾਂਦਾ। ਇਹ ਸੱਚ ਕਿਸੇ ਨੇ ਕਿਹਾ ਏ ਵੀ ਜਿਹੜੇ ਗ੍ਰਸਤੀ ਕੋਲ ਮਾਇਆ ਨਹੀਂ ਉਹ ਵੀ ਕੌਡੀ ਦਾ ਨਹੀਂ, ਤੇ ਜਿਹੜੇ ਸਾਧੂ ਕੋਲ ਮਾਇਆ ਆ ਜਾਂਦੀ ਉਹ ਵੀ ਕੌਡੀ ਦਾ ਨਹੀਂ।
ਇਹ ਦਿਮਾਗ ਖਰਾਬ ਕਰ ਦਿੰਦੀ ਹੈ ਜਦੋਂ ਆਉਂਦੀ ਹੈ ਨਾ, ਵੱਡਿਆਂ ਵੱਡਿਆਂ ਦੇ ਕੀਤੇ ਨੇ, ਭਰਾਵਾਂ ਤੋਂ ਭਰਾ ਦੂਰ ਕਰਾ ਦਿੰਦੀ। ਇੱਥੇ ਮੇਰੀਆਂ ਅੱਖਾਂ ਸਾਹਮਣੇ ਮੈਂ ਵੇਖੇ ਜਿਨ੍ਹਾਂ ਦੇ ਮੂੰਹ ਤੇ ਸ਼ਿਕਰੀ ਜੰਮੀ ਹੁੰਦੀ ਸੀ ਨਾ, ਤੇ ਇਦਾਂ ਹੱਥ ਕੰਬਦੇ ਹੁੰਦੇ ਸੀ, ਤੇ ਹੁਣ ਬੱਚੇ ਸੈੱਟ ਆ ਤੇ ਉਹ ਰੱਬ ਨੂੰ ਰੱਬੀ ਬੋਲਦੇ। ਉਹਨਾਂ ਦੀਆਂ ਹਵਾ ਹੀ ਬਦਲ ਗਈਆਂ। ਅਜੇ ਕੱਲ ਦੀਆਂ ਗੱਲਾਂ, ਮੇਰੀ ਜ਼ਿੰਦਗੀ ਦਾ ਤਜਰਬਾ, ਤੇ ਉਹ ਕਿੱਥੇ, ਉਹ ਤਾਂ ਬਹੁਤ ਵੱਡੇ ਐ। ਇਸ ਕਰਕੇ ਆਮ ਹੀ ਆਂਢ ਗੁਆਂਢ ਚ ਵੇਖ ਲਿਓ, ਜਦੋਂ ਰੱਬ ਦਿਨ ਮੋੜ ਦਿੰਦਾ ਆਵਾਜ਼ਾਂ ਬਦਲ ਜਾਂਦੀਆਂ। ਧੌਣਾ ਜਿਹੜੇ ਉਹ ਡਿਉੜੀ ਚ ਆਵਾਜ਼ ਮਾਰਦੇ, ਬਾਬਾ ਜੀ ਰੁਕਿਓ, ਅੱਜ ਕੋਲੇ ਬੈਠੇ ਪਰੇ ਨੂੰ। ਮੈਂ ਕਿਹਾ ਹਾਂ। ਕਹਿੰਦੇ ਪਤਾ ਨਹੀਂ ਲੱਗਾ ਬਾਬਾ ਜੀ ਤੁਹਾਡਾ ਆਏ ਹੀ। ਐਦਾਂ ਫਰਕ ਪੈਂਦਾ ਕਿ ਨਹੀਂ? ਮਾਰੇ ਕਹਿੰਦੇ ਮਾਇਆ ਰੰਗ ਵਿਖਾਉਂਦੀ, ਵੱਡਿਆਂ ਵੱਡਿਆਂ ਨੂੰ ਬਦਲ ਦਿੰਦੀ। ਆਖੋ ਸਤਨਾਮ। ਤੇ ਉਸ ਸਾਧੂ ਨੇ ਆਖਿਆ, ਸਤਿਗੁਰੂ ਨਾਨਕ ਦੇਵ ਜੀ, ਆ ਮੇਰੀ ਝੋਲੀ ਚ ਕੀ ਪਾਤਾ ਜੀ? ਮੈਨੂੰ ਚਾਂਦੀ ਇਹ ਗੜਵਾ ਨਹੀਂ ਚਾਹੀਦਾ ਤੇ ਸੋਨੇ ਦੀ ਛਾਪ ਨਹੀਂ ਚਾਹੀਦੀ, ਬਾਬਾ ਮੈਨੂੰ ਤੂੰ ਚਾਹੀਦਾ ਏ। ਸਤਿਗੁਰੂ ਨਾਨਕ ਮੈਨੂੰ ਤੂੰ ਚਾਹੀਦਾ ਏ। ਇਹਨੂੰ ਕਹਿੰਦੇ ਸੰਤ ਜਿਹਦੇ ਅੰਦਰ ਇੰਨਾ ਕੁ ਵਿਰਾਗ ਹੋਵੇ। ਅੱਜ ਕੱਲ ਤਾਂ ਮੈਂ ਸਿੱਧਾ, ਆਪਾਂ ਨੂੰ ਕਿਸੇ ਦਾ ਡਰ ਨਹੀਂ। ਅੱਜ ਕੱਲ ਮੈਂ ਅੱਖੀਂ ਵੇਖਿਆ ਜਿੰਨੇ ਮੇਨ ਬਾਬੇ ਨਾ, ਜਿਨ੍ਹਾਂ ਦੇ ਨਾਂ ਮੱਥੇ ਟਿਕਾਉਂਦੇ ਜਦੋਂ, ਤੇ ਮੇਰੇ ਨਾਲ ਇਦਾਂ ਹੋਇਆ, ਗੁਰੂ ਗ੍ਰੰਥ ਸਾਹਿਬ ਹਾਜ਼ਰ ਆ, ਇੱਦਾਂ ਕੋਈ ਸਾਧੂ ਬੈਠਾ, ਮੈਂ ਜ਼ਿਕਰ ਕੀ ਕਰਨਾ, ਬੜੀ ਸੰਗਤ ਆਈ ਤੇ ਮੱਥੇ ਟੇਕੇ, ਤੇ ਮੇਰੇ ਸਾਹਮਣੇ ਇੱਕ ਬੰਦਾ ਆਇਆ ਤੇ ਉਹਨੇ 50,000 ਰੁਪਈਆ ਕੱਢਿਆ ਤੇ ਬਾਬਾ ਜੀ ਦੇ ਅੱਗੇ ਰੱਖਤਾ। ਤੇ ਬਾਬਾ ਜੀ ਨੇ ਉਹਦੇ ਲੱਕ ਦੇ ਉੱਤੇ 3 ਵਾਰੀ ਹੱਥ ਮਾਰ ਕੇ ਨਾ ਕਹਿੰਦੇ, ਸਿੰਘੋ ਆ ਲੋਈ ਲਿਆਇਓ। ਉਹਨੂੰ ਲੋਈ ਪਾਈ। ਪਿਛਲੇ ਪਾਸੇ ਦਾਸ ਹੋਣੀ ਸੀ, ਦਾਸ ਹੋਣਾ 50 ਰੁਪਈਏ ਕੱਢੇ, ਚਲੋ ਜਿੰਨੀ ਜੋਗੇ ਹੈ, ਬਾਬਾ ਜੀ ਦੇ ਅੱਗੇ ਰੱਖੇ, ਫਤਿਹ ਬੁਲਾਈ, ਫਤਿਹ ਦਾ ਜਵਾਬ ਨਹੀਂ ਦਿੱਤਾ। ਬੜਾ ਮਨ ਮੇਰਾ ਰੋਇਆ। ਮੈਂ ਕਿਹਾ ਅੱਜ ਤੋਂ ਬਾਅਦ ਮਹਾਰਾਜ ਤੇਰੇ ਤੋਂ ਬਿਨਾਂ ਕਿਸੇ ਦੇ ਅੱਗੇ ਝੁਕਣਾ ਹੀ ਨਹੀਂ। ਫਿਰ ਦੁੱਖ ਤੇ ਆਉਂਦਾ ਹੀ ਹੈ ਨਾ, ਵੀ ਬੰਦੇ ਦੀ ਫਤਿਹ ਦਾ ਜਵਾਬ ਨਹੀਂ ਦਿੱਤਾ। ਇੱਕ ਸਿੱਖ ਹੋਏ, ਗੁਰੂ ਦਾ ਵਜ਼ੀਰ, ਕਥਾਵਾਚਕ, ਉਹਦੀ ਫਤਿਹ ਦਾ ਜਵਾਬ ਨਹੀਂ ਦਿੱਤਾ, ਤੇ ਇੱਕ ਕਲੀਨ ਸ਼ੇਵ ਬੰਦਾ 50,000 ਰੁਪਈਆ ਰੱਖਦਾ ਤੇ ਉਹਨੂੰ ਫਤਿਹ ਵੀ ਤੇ ਸਰੋਪਾ ਵੀ। ਪਰ ਬਾਬਾ ਜੀ ਨਾਨਕ ਦੇ ਘਰ 'ਚ ਇਹ ਚੀਜ਼ਾਂ ਨਹੀਂ ਹੈਗੀਆਂ। ਮੇਰੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਪਿਆਰ ਦਿੱਤਾ ਏ। ਸਾਧੂ ਕਹਿੰਦਾ ਮੈਂ ਕੀ ਕਰਨੀ ਛਾਪ ਆ। ਅੱਜ ਵੀ ਜਿਹੜੇ ਗੁਰੂ ਨੂੰ ਮੰਨਦੇ ਨਾ, ਬੱਚਿਆਂ ਦੇ ਵਿਆਹ ਕਰਦੇ, ਕਹਿੰਦੇ ਨਾ ਭਰਾਵਾ ਕੋਈ ਛਾਪ ਕੜਾ ਨਹੀਂ ਪਵਾਉਣਾ, ਗੁਰੂ ਨੇ ਗਾਤਰੇ ਪਵਾਏ ਆ। ਤੇ ਕਈਆਂ 'ਚ ਭੁੱਖ ਏਡੀ ਤਕੜੀ, ਕਿਰਪਾਨਾਂ ਉੱਤੋਂ ਦੀ ਹੁੰਦੀਆਂ, ਤੇ ਆਪ ਕਹਿਣਗੇ ਵਿਚੋਲੇ ਨੂੰ 2 ਕੜੇ ਹੀ ਪਵਾ ਦੇ। ਉੱਥੇ ਗੁਰੂ ਗੋਬਿੰਦ ਸਿੰਘ ਕਹਿੰਦੇ, ਜੇ ਮੇਰੇ ਕੋਲ ਆ ਜਾਏ ਤੇ ਮੈਂ ਤੈਨੂੰ ਟੋਟੇ ਕਰਾਂ ਕਿਰਪਾਨ ਨਾਲ। ਵੀ ਸਭ ਤੋਂ ਵੱਡਾ ਗਹਿਣਾ ਏ 5 ਕਕਾਰ। ਜਿੰਨੇ ਆ ਕੜਾ ਪਾਇਆ ਨਾ, ਸਿਰ ਦੇ ਵਿੱਚ ਕੰਘਾ ਰੱਖਿਆ, ਗਲ 'ਚ ਗਾਤਰਾ ਪਾਇਆ, ਮਾਰੇ ਕਹਿੰਦੇ ਉਹਦਾ ਅਸਲੀ ਗਹਿਣਾ, ਉਹਨੂੰ ਨਕਲੀ ਗਹਿਣੇ ਦੀ ਲੋੜ ਹੀ ਨਹੀਂ। ਤੇ ਕੀ ਫਾਇਦਾ ਫਿਰ ਅੰਮ੍ਰਿਤ ਛਕੇ ਦਾ, ਜੇ ਆਪਾਂ ਕਿਸੇ ਧੀ ਦਾ ਚਾਮੀ ਮੜਵੜ ਖਾਣਾ। ਤੇ ਹੁਣ ਲੱਗਣਾ ਤੇ ਗੁੱਸਾ ਹੀ ਹੈ, ਪਰ ਕਰ ਲਿਓ ਭਾਵੇਂ, ਸੱਚ ਤਾਂ ਸੱਚ ਹੀ ਰਹਿਣਾ। ਮਾਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਗਾਇਆ। ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਦੀ ਬਚਪਨ ਦੀ ਕਥਾ, ਜਦੋਂ ਮਹਾਰਾਜ ਨੇ ਸੋਨੇ ਦੇ ਕੰਗਣ ਸੁੱਟੇ ਸੀ ਪਾਣੀ 'ਚ, ਤੇ ਮਾਤਾ ਗੁਜਰ ਕੌਰ ਜੀ ਨੇ ਵੇਖਿਆ ਵੀ ਇੱਕ ਕੰਗਣ ਹੈ ਨਹੀਂ। ਕਹਿੰਦੇ ਪੁੱਤ ਕੰਗਣ ਕਿੱਥੇ ਆ? ਕਹਿੰਦੇ ਮਾਂ ਐਦਾਂ ਨਹੀਂ ਪਤਾ ਲੱਗਣਾ, ਨਾਲ ਜਾ ਕੇ ਦੱਸੂ। ਤੇ ਮਾਤਾ ਗੁਜਰ ਕੌਰ ਨੂੰ ਗੁੱਟ ਤੋਂ ਫੜ ਕੇ ਲਈ ਗਏ ਤੇ ਜਾ ਕੇ ਕੰਢੇ ਦੇ ਉੱਤੇ ਗੰਗਾ ਦੇ, ਉੱਥੇ ਜਾ ਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕੀਤਾ? ਕਹਿਣ ਲੱਗੇ ਮਾਂ ਹੋ ਉੱਥੇ। ਮਾਂ ਕਹਿੰਦੀ ਕਿੱਥੇ ਪੁੱਤ? ਉੱਥੇ। ਕਹਿਣ ਲੱਗੇ ਕਿੱਥੇ? ਦੂਜਾ ਵੀ ਲਾ ਕੇ ਚੁੱਕ ਕੇ ਮਾਰ, ਕਹਿੰਦੇ ਉੱਥੇ ਹੀ। ਕਹਿੰਦੀ ਵੇ ਗੋਬਿੰਦ ਰਾਏ, ਇੱਕ ਤੇ ਗਿਆ, ਦੂਜਾ ਵੀ ਖਵਾਤਾ ਹੀ। ਹੱਥ ਫੜ ਕੇ ਕਹਿੰਦੇ ਮਾਂ ਤੂੰ 33 ਸਾਲ ਪਾਠ ਕੀਤਾ। ਬਚਿੱਤਰ ਨਾਟਕ 'ਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਮਾਂ ਪਿਓ ਦਾ ਜ਼ਿਕਰ ਕੀਤਾ। ਕਹਿੰਦੇ ਤਾਤ ਮਾਤ ਮੁਰ ਲੱਖ ਅਰਾਧਾ, ਬਹੁ ਬਿਦ ਜੋਗ ਸਾਧਨਾ, ਜਬ ਇਨ ਕਰੀ ਅਲਖ ਕੀ ਸੇਵਾ, ਤਾਂ ਤੇ ਸੋ ਪ੍ਰਸੰਨ ਭਏ ਗੁਰਦੇਵਾ। ਕਹਿੰਦੇ ਮੇਰੇ ਮਾਂ ਪਿਓ ਨੇ ਬੜੇ ਬੰਦਗੀ ਕੀਤੀ। 26 ਸਾਲ ਗੁਰੂ ਤੇਗ ਬਹਾਦਰ ਜੀ ਉੱਥੇ ਰਹੇ ਬਾਬੇ ਬਕਾਲੇ, ਤੇ 26 ਸਾਲ ਹੀ ਮਾਤਾ ਗੁਜਰ ਕੌਰ ਜੀ ਇੱਕ ਬੁਰਕੀ ਰੋਟੀ ਦੀ ਖਾ ਕੇ ਇੰਨਾ ਜਤ ਸਤ ਕਾਇਮ ਰੱਖਿਆ। 33 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ। ਅੱਜ 2 ਸਾਲ ਬੱਚਾ ਨਾ ਹੋਵੇ ਤੇ ਕਹਿ ਦਿੰਦੇ ਕਲੈਣੀ ਆ ਗਈ ਸਾਡੇ ਘਰ, ਸਾਡਾ ਘਰ ਹੀ ਝਾੜਤਾ। ਬੀਬੀਆਂ ਹੀ ਕਹਿੰਦੀਆਂ ਵੀ ਤੇਰੀ ਧੀ ਅਗਲੇ ਘਰ ਗਈ, ਉਹਦੇ ਨਹੀਂ ਹੁੰਦਿਆ, ਤੇ ਉਹ ਕਹਿਣਾ ਮੇਰੀ ਧੀ ਭਾਗਾਂ ਵਾਲੀ। ਤੇ ਜਿਹੜੀ ਕਿਸੇ ਦੀ ਤੇਰੇ ਘਰ ਆਈ ਉਹਨੂੰ, ਉਹ ਨਹੀਂ ਕਿਸੇ ਦੀ ਧੀ। ਇੱਦਾਂ ਨਹੀਂ ਕਰਨਾ ਚਾਹੀਦਾ। ਜਿਹੜੇ ਬਾਣੀ ਪੜ੍ਹਦੇ ਇੱਕੋ ਜਿਹਾ ਦਰਜਾ ਦਿਓ।
ਪਰ ਅਸੀਂ ਫਰਕ ਪਾਉਣੇ ਐ। ਆਪਣੀ ਧੀ ਦੇ ਵਿੱਚ ਸਾਬਤ ਦੇਵਤਾ ਤੇ ਦੂਜੇ ਨੂੰ ਗਲਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 33 ਸਾਲਾਂ ਬਾਅਦ ਆਗਾਜ਼ ਹੋਇਆ। ਐਡਾ ਸਬਰ। ਮਾਤਾ ਗੁਜਰ ਕੌਰ ਕਹਿੰਦੇ ਗੋਬਿੰਦ ਕੀ ਆਖਣਾ ਏ? ਮਾਰੇ ਕਹਿੰਦੇ ਮਾਂ ਮੈਨੂੰ ਕਿੰਨਾ ਕੁ ਪਿਆਰ ਕਰਦੀ, ਤੂੰ ਮੈਨੂੰ ਝਿੜਕਿਆ ਅੱਜ ਸੋਨੇ ਦੇ ਕੰਗਣਾ ਤੋਂ, ਮੈਨੂੰ ਦੱਸ ਕੰਗਣ ਪਿਆਰੇ ਕਿ ਤੇਰਾ ਪੁੱਤ ਪਿਆਰਾ? ਮੱਥਾ ਚੁੰਮ ਕੇ ਮਾਤਾ ਗੁਜਰ ਕੌਰ ਕਹਿੰਦੀ ਪੁੱਤ ਮੈਨੂੰ ਤੂੰ ਪਿਆਰਾ। ਤੇ ਪਤਾ ਮਾਰੇ ਨੇ ਕੀ ਕਿਹਾ ਸੀ? ਕਹਿੰਦੇ ਮਾਂ ਜਦੋਂ ਮੈਂ ਜਵਾਨੀ ਚਾਹਾਂਗਾ ਨਾ, ਮੈਂ ਆਪਣੇ ਖਾਲਸੇ ਨੂੰ ਸਰਬਲੋ ਦਾ ਕੜਾ ਪਵਾਉਣਾ, ਆ ਸੋਨੇ ਸਾਣੇ ਤੋਂ ਆਜ਼ਾਦ ਕਰ ਦੇਣਾ। ਮਾਂ ਤੈਨੂੰ ਪਤਾ ਮੈਂ ਸੋਨਾ ਕਿਉਂ ਸੁੱਟਿਆ? ਕਿਉਂਕਿ ਇਸ ਸੋਨੇ ਨੇ ਕਈ ਧੀਆਂ ਦੇ ਗਲ ਘਟਾ ਦੇਣੇ। ਆ ਇੱਕ ਵੀਡੀਓ ਵੇਖੀ, ਉਹਨੇ ਆਪਣੀ ਘਰ ਵਾਲੀ ਮਾਰ ਕੇ ਨਾ ਤੇ ਨੱਪ ਕੇ ਤੇ ਉੱਤੇ ਟੈਲ ਲਾਤੀ, ਰੂਹ ਕੰਬਦੀ ਆ। ਆਪੇ ਮਾਰ ਕੇ ਗੈਂ ਸਥਰੂ ਨਾ ਆਪੇ ਨੱਪ ਕੇ ਉੱਤੇ ਲਾਤੀ ਟੈਲ, ਤੇ ਮੁੜ ਕੇ ਆਪੇ ਆਪਣੇ ਸਹੁਰਿਆਂ ਪੇਕਿਆਂ ਨਾਲ ਰਲ ਕੇ ਤੇ ਲੱਭਦਾ ਫਿਰੇ। ਤੇ ਉਹਨੂੰ ਜਦੋਂ ਪਤਾ, ਕਿਉਂਕਿ ਪਾਪ ਨਹੀਂ ਗੁੱਜਾ ਰਹਿੰਦਾ, ਜਦੋਂ ਪਤਾ ਲੱਗਾ ਤੇ ਹੁਣ ਉਹ ਕਹਿੰਦੇ ਵੀ 3 ਮਾਰੀਆਂ ਇਦਾਂ ਦੇ ਬੈਠੇ ਜਲਾਦ ਧਰਤੀ ਤੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਉਸੇ ਵੇਲੇ ਇੱਟ ਰੱਖਤੀ ਸੀ ਵੀ ਜਿਹੜੇ ਸੋਨੇ ਚਾਂਦੀ ਦੇ ਭੁੱਖੇ ਐ, ਇਹਨਾਂ ਕਿਸੇ ਮਾਂ ਦੀਆਂ ਅੰਦਰਾਂ ਨੂੰ ਹੱਥ ਪਾ ਦੇਣਾ। ਅੱਜ ਵੀ ਕਿੰਨੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਕਿਸੇ ਤੇਲ ਪਾਤਾ, ਕਿਸੇ ਨੇ। ਆਪਾਂ ਵੀ ਭੈਣਾਂ ਵਾਲੇ ਆ, ਇਹ ਵਿਚਾਰੀਆਂ ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ, ਪਹਿਲਾਂ ਵਿਚਾਰੀਆਂ ਬਣਾਉਂਦੀਆਂ ਰਹਿੰਦੀਆਂ ਪੇਕਿਆਂ ਦਾ, ਮੁੜ ਕੇ ਪੇਕੇ ਪੱਲਾ ਫੜਾ ਕੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਕਹਿੰਦੇ ਧੀਏ ਜਾ ਘਰ, ਤੇ ਅਗਲੇ ਘਰ ਵੀ ਕਰਮਾਣੇ ਚੰਗੇ ਮਿਲਦੇ, ਪਤਾ ਨਹੀਂ ਕਿੱਦਾਂ ਦੇ ਮਿਲਣੇ, ਉਹ ਵੀ ਕਹਿੰਦੇ ਜਾ ਵਗ ਜਾ ਪੇਕੇ। ਇਹ ਤਾਂ ਵਿਚਾਰੀਆਂ ਅੱਧ ਵਿਚਾਲੇ ਹੀ ਰਹਿੰਦੀਆਂ, ਇਹਨਾਂ ਦਾ ਨਾ ਅਗਲਾ ਨਾ ਪਿਛਲਾ, ਤੇ ਕਰਦੀਆਂ ਸਭ ਤੋਂ ਜ਼ਿਆਦਾ ਮਾਂ ਹੀ ਹੈ। ਤੋ ਇਸ ਕਰਕੇ ਇਤਿਹਾਸ ਸਾਨੂੰ ਬੜਾ ਕੁਝ ਸਿਖਾਉਂਦਾ, ਪਰ ਅਸੀਂ ਕੰਨਾਂ 'ਚ ਉਂਗਲ ਦੇ ਲੈਂਦੇ ਆ, ਕਦੇ ਸੁਣਦੇ ਨਹੀਂ ਮਾਰੇ ਦੀ ਗੱਲ। एक बार दे कर ताहे को सोले, हम दे कर लेख जौन धर्म लजाइए। ਧੰਨ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਧੂ ਦੀਆਂ ਅੱਖਾਂ ਪੂੰਝੀਆਂ, ਮੱਥਾ ਚੁੰਮ ਕੇ ਕਹਿੰਦੇ ਸੰਤ ਜੀ ਕੀ ਕਹਿੰਦੇ ਤੁਸੀਂ? ਕਹਿਣ ਲੱਗਾ ਜੀ ਆ ਛਾਪ ਤੇ ਗੜਵੀ ਆਪਣੀ ਲੈ ਲਓ, ਮੈਨੂੰ ਤੂੰ ਚਾਹੀਦਾ, ਮੈਨੂੰ ਆਹ ਚੀਜ਼ਾਂ ਨਹੀਂ ਚਾਹੀਦੀਆਂ। ਤੇ ਮੇਰੇ ਨਾਨਕ ਜੀ ਕਹਿੰਦੇ ਫਿਰ ਮੇਰੇ ਘਰ ਦਾ ਵੀ ਸਿਧਾਂਤ ਹੈ ਵੀ ਇੱਕ ਚੀਜ਼ ਮੈਂ ਕਿਸੇ ਨੂੰ ਦੇ ਦਾਂ ਤੇ ਮੁੜ ਕੇ ਵਾਪਸ ਨਹੀਂ ਲੈਂਦਾ। ਗੁਰ ਜੈਸਾ ਕਿੰਨਾ ਪਿਆਰਾ ਸ਼ਬਦ ਅੱਜ ਆਪਣੇ ਹੱਥਾਂ ਵਿੱਚ ਆਇਆ, ਜਿਹੜਾ ਸਾਰੀ ਕਥਾ 'ਚ ਹੀ ਚੱਲ ਗਿਆ। ਇੱਕ ਭਗਤੀ ਗੁਰੂ ਸਾਹਿਬ ਦੀ ਇੰਨੀ ਪਿਆਰੀ ਆ ਗਈ, ਮਹਾਰਾਜ ਕਹਿੰਦੇ ਜੇ ਤੇਰਾ ਸੁਭਾਅ ਲੈਣਾ ਨਹੀਂ ਤੇ ਅਸੀਂ ਵੀ ਨਿਰੰਕਾਰ ਦੇ ਆ, ਜਿਹੜੀ ਚੀਜ਼ ਇੱਕ ਵਾਰੀ ਕਿਸੇ ਨੂੰ ਦੇ ਦਈਏ ਦੁਬਾਰਾ ਵਾਪਸ ਨਹੀਂ ਲਈ। ਇਹ ਗੁਰੂ ਦਾ ਹੀ ਘਰ ਹੈ। ਬੰਦਾ ਤਾਂ ਕੋਈ ਚੀਜ਼ ਮੰਗ ਕੇ ਲੈ ਜੇ, 4 ਫੋਨ ਲਾ ਦੇ ਭਰਾਵਾ ਵਾਪਸ ਕਰ ਜਾ। ਇਦਾਂ ਹੀ ਆ ਰਿਸ਼ਤੇਦਾਰੀਆਂ ਨਿਭਦੀਆਂ ਹੀ ਇਦਾਂ, ਨਹੀਂ ਤੇ ਮੁੜ ਕੇ ਟੁੱਟ ਜਾਂਦੀਆਂ। ਹੁਣ ਕਿਸੇ ਨੇ ਪੈਸੇ ਹੀ ਲਏ ਹੋਣ ਤੇ ਮੁੜ ਕੇ ਦਵੇ ਨਾ, ਤੇ ਉਹ ਪੈਸੇ ਵੀ ਗਏ ਤੇ ਰਿਸ਼ਤੇਦਾਰ ਵੀ ਗਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਕਹਿੰਦੇ ਬਾਬਾ ਤੂੰ ਕਹਿੰਦਾ ਮੈਂ ਰੱਖਣਾ ਨਹੀਂ, ਤੇ ਨਾਨਕ ਦਾ ਘਰ ਕਹਿੰਦਾ ਇੱਕ ਵਾਰੀ ਦੇ ਕੇ ਵਾਪਸ ਨਹੀਂ ਲੈਣਾ। ਹੋਏ ਕਿਆ ਪ੍ਰਸੰਨ ਸੰਤ ਕੈ ਪਰਸੰਨ ਵੇਖ, ਲੇਤ ਕਰਤਾਰ ਸੁਧ ਐਸੇ ਜਾਣ ਪਾਈਐ। ਕਹਿੰਦੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਨੂੰ ਪਿਆਰ ਨਹੀਂ ਕਰਦਾ ਤੂੰ? ਕਹਿੰਦੇ ਮਹਾਰਾਜ ਪਿਆਰ ਮੇਰੇ ਤੇ ਭਾਗ ਜਾਗੇ ਜਿਹਨੂੰ ਖੁਦ ਰੱਬ ਮਿਲਣ ਆਇਆ। ਲੋਕੀ ਰੱਬ ਨੂੰ ਲੱਭਦੇ ਫਿਰਦੇ ਐ, ਪਰ ਅੱਜ ਮੈਨੂੰ ਤੇ ਸਾਖਸ਼ਾਤ ਭਗਵਾਨ ਜੀ ਆਪ ਮਿਲਣ ਆਏ ਤੇ ਨਾਲੇ ਭੇਟਾ ਦੇ ਕੇ ਚੱਲੇ ਹੈ। ਮਹਾਰਾਜ ਕਹਿੰਦੇ ਫਿਰ ਇਦਾਂ ਕਰ, ਹੁਣ ਅਸੀਂ ਨਹੀਂ ਲੈਣੀ, ਤੂੰ ਭਾਵੇਂ ਪਿਆਰ ਵਿੱਚ ਰੱਖ ਲੈ ਜਾਂ ਚਾਅ ਵਿੱਚ ਰੱਖ ਲੈ, ਇਹ ਹੁਣ ਸਾਨੂੰ ਵਾਪਸ ਨਾ ਦੇ। ਤੇਰਾ ਚਿੱਤ ਕਰੂ ਜਿਹਨੂੰ ਮਰਜ਼ੀ ਦੇ ਦੀ, ਜੇ ਤੂੰ ਆਪਣੇ ਕੋਲ ਨਹੀਂ ਨਾ ਰੱਖਣੀ ਛਾਪ ਤੇ ਗੜਵਾ, ਜਿਹਨੂੰ ਮਰਜ਼ੀ ਦੇ ਦੀ, ਪਰ ਹੁਣ ਇੱਕ ਵਾਰੀ ਰੱਖ ਲੈ। ਇਹ ਗੁਰੂ ਸਾਹਿਬ ਦਾ ਤਰਸ ਹੈ, ਮਹਾਰਾਜ ਦਾ ਵੱਡਾ ਤਰਸ ਹੈ, ਸਤਿਗੁਰੂ ਗਰੀਬ ਨਵਾਜ ਜੀ ਦਾ। ਸੰਤ ਤਬ ਚਲੇ ਗਏ ਨਾਨਕ ਸਦਨ ਆਇਓ, ਸੁੰਦਰ ਬਦਨ ਨਿਜ ਸਿੱਖ ਸੁਖਦਾਈਐ। ਇੰਨੇ ਚਿਰ ਨੂੰ ਕਹਿੰਦੇ ਸ਼ਾਮਾਂ ਦਾ ਵਕਤ ਹੋਇਆ ਹੈ, ਸਾਧੂ ਨੇ ਝੜੀਆਂ ਲਾਤੀਆਂ ਨੈਣਾਂ ਦੇ ਵਿੱਚੋਂ, ਮੇਰੇ ਨਾਨਕ ਦੇ ਚਰਨ ਧੋ ਸੁੱਟੇ। ਉਹ ਕੋਈ ਪਹਿਲੀ ਪਿਆਰ ਦੀ ਰੂਹ ਮਿਲਣ ਆਈ ਸੀ, ਕਿਉਂਕਿ ਇਤਿਹਾਸ ਬਣਨਾ ਸੀ। ਦਰਅਸਲ ਪਹਿਲਾਂ ਦੇ ਰਿਸ਼ਤੇ ਹੁੰਦੇ ਆ, ਕੋਈ ਖੁਦਾਈ ਨੂਰ ਦਾ ਕੋਈ ਪਿਆਰਾ ਸੀ,
ਉਹ ਤਾਂ ਮੇਲ ਮਿਲਾਪ ਕਰਨ ਰਾਏ ਭੋਏ ਦੀ ਤਲਵੰਡੀ 'ਚ ਆਇਆ ਸੀ। ਇੱਕ ਕਥਾ ਤਾਂ ਸਾਡੇ ਵਾਸਤੇ ਸਿੱਖਿਆ ਵੀ ਸੋਨੇ ਚਾਂਦੀ ਕੱਪੜਿਆਂ ਲੀੜਿਆਂ ਨੂੰ ਪਿਆਰ ਨਾ ਕਰਿਆ ਕਰ, ਰੱਬ ਦੇ ਜੀਆਂ ਨੂੰ ਪਿਆਰ ਕਰਿਆ ਕਰ। ਮੈਂ ਸਵੇਰੇ ਵੀ ਅੰਮ੍ਰਿਤ ਵੇਲੇ ਕਿਹਾ ਸੀ ਵੀ ਵਰਤ ਨਹੀਂ ਰੱਖਣਾ ਭੈਣੋ ਆਪਾਂ ਜਿਹੜੇ ਗੁਰੂ ਮਹਾਰਾਜ ਦੀਆਂ ਧੀਆਂ, ਕਿਉਂਕਿ ਮਹਾਰਾਜ ਸਾਹਿਬ ਕਹਿੰਦੇ ਮੇਰੀਆਂ ਧੀਆਂ ਨੇ ਪਖੰਡ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਮਹਾਰਾਜ ਕਹਿੰਦੇ ਛੋਡੇ ਅੰਨ ਕਰੇ ਪਖੰਡ ਨਾ ਹੋਏ ਸੁਹਾਗਣ। ਹਾਂ, ਆਪ ਤੁਸੀਂ ਅਰਥ ਜਾਣਦੇ ਹੋ। ਔਰ ਇੱਕ ਬੜਾ ਵਧੀਆ ਵਚਨ ਕਿਸੇ ਨੇ ਸੁਣਾਇਆ, ਮੈਂ ਅੱਗੇ ਵੰਡਦਾ ਹੁੰਦਾ ਚੀਜ਼। ਕਹਿੰਦੇ ਦੋ ਸਕੀਆਂ ਭੈਣਾਂ ਨੇ ਵਰਤ ਰੱਖਿਆ, ਇਕੱਠੀਆਂ ਦਾ ਵਿਆਹ ਕੀਤਾ। ਕਈ ਇਕੱਠੇ ਕਰ ਦਿੰਦੇ ਨਾ। ਦੋਨੋਂ ਪਰਿਵਾਰ ਬਹੁਤ ਵਧੀਆ ਫੈਮਿਲੀ ਸੀ। ਛੋਟੀ ਨੇ ਫੋਨ ਕੀਤਾ ਵੱਡੀ ਨੂੰ, ਕਹਿੰਦੀ ਭੈਣੇ ਭਾਜੀ ਨੇ ਕੀ ਬਣਾ ਕੇ ਦਿੱਤਾ? ਕਹਿਣ ਲੱਗੀ ਤੈਨੂੰ ਵਧਾਈ ਹੋਵੇ, ਸੋਨੇ ਦੀ ਚੈਨੀ। ਤੇ ਉਹਨੇ ਫੋਨ ਕੱਟਤਾ। ਫਿਰ ਉਹਨੇ ਫੋਨ ਲਾਇਆ, ਉਹਨੇ ਚੁੱਕਿਆ ਨਹੀਂ। ਫਿਰ ਲਾਇਆ, ਚੁੱਕਿਆ ਨਹੀਂ। ਤੀਜੀ ਵਾਰ ਚੁੱਕਿਆ, ਕਹਿੰਦੀ ਦੀਦੀ ਕੀ ਹੋਇਆ? ਤੇ ਅੱਗੋਂ ਰੋਣ ਲੱਗ ਪਈ। ਕਹਿੰਦੀ ਭੈਣੇ ਹੋਇਆ ਕੀ? ਭਾਜੀ ਨੇ ਦਿੱਤਾ ਨਹੀਂ ਕੁਝ। ਕਹਿੰਦੀ ਇਹਦਾ ਬੇੜਾ ਬਹਿ ਜੇ, 500 ਦਾ ਸੂਟ ਦੇ ਕੇ ਸਾਰਤਾ। ਨਾਲੇ ਰੋ ਪਈ। ਫਿਰ ਫੋਨ ਕੱਟ ਹੋ ਗਿਆ। ਤੇ ਉਹ ਕਲੇ ਇੰਨੀ ਕੁ ਵੱਧ ਗਈ, ਆਪਣਾ ਹੀਰੇ ਵਰਗਾ ਇੰਨਾ ਸੋਹਣਾ ਪਤੀ ਉਹਨੂੰ ਇਸੇ ਗੱਲ ਤੋਂ ਪਾਲੀ ਵੀ ਤੁਹਾਡੇ ਕੋ ਵੀ 15 ਕਿੱਲੇ, ਉਹਨਾਂ ਕੋ ਵੀ 15 ਕਿੱਲੇ, ਇੱਕੇ ਪੈਲਸ 'ਚ ਵਿਆਹ ਹੋਇਆ, ਤੁਹਾਨੂੰ ਵੀ ਓਨਾ ਸੋਨਾ ਪਾਇਆ, ਉਹਨਾਂ ਨੂੰ ਵੀ ਓਨਾ ਪਾਇਆ, ਤੁਹਾਨੂੰ ਵੀ ਓਨੇ ਕੱਪੜੇ, ਕਿਉਂਕਿ ਕਈ ਇੱਕੋ ਜਿਹਾ ਕਰਦੇ ਧੀਆਂ ਦਾ। ਪਰ ਕਹਿੰਦੀ ਉਹਦੇ ਨੇ ਚੈਨੀ ਬਣਾਤੀ, ਤੁਹਾਨੂੰ ਕੀ ਅੱਛੀ ਪੈ ਗਈ ਸੀ? ਤੇ ਉਹ ਕਹਿਣ ਲੱਗਾ ਵੀ ਭਾਗਵਾਨੇ ਮੈਂ ਤੈਨੂੰ ਦਿਲੋਂ ਪਿਆਰ ਕਰਦਾ, ਸਾਡੇ ਘਰ 'ਚ ਰਿਵਾਜ ਹੈ ਵੱਡਿਆਂ ਦੀ ਚਲਦੀ, ਮੈਂ ਮਜਬੂਰ ਹਾਂ, ਕੋਈ ਨਹੀਂ ਮੈਂ ਤੈਨੂੰ ਬਣਾ ਦੂੰਗਾ। ਰੋਕ ਕੇ ਕਹਿਣ ਲੱਗੀ ਅੱਜ ਜਿੱਦ ਸੀ, ਅੱਜ ਮੇਰੀ ਭੈਣ ਦਾ ਫੋਨ ਆਇਆ, ਮੁੜ ਕੇ ਮੈਂ ਸਿਰ 'ਚ ਮਾਰਨੀ। ਉਹ ਕਲੇ ਇੰਨੀ ਕੁ ਵੱਧ ਗਈ, ਉਸ ਰੱਬੀ ਆਤਮਾ ਨੇ ਅੰਦਰ ਜਾ ਕੇ ਫਾਹਾ ਲੈ ਲਿਆ, ਆਪਣੀ ਜ਼ਿੰਦਗੀ ਸਮਾਪਤ ਕਰ ਗਿਆ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਉਹ ਕਾਹਦੇ ਵਰਤ ਹੈ ਜਿਹੜੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਦੇ। ਤਾਂ ਕਰਕੇ ਮਹਾਰਾਜ ਨੇ ਕਿਹਾ ਬਾਕੀ ਜੋ ਕੋਈ ਮਰਜ਼ੀ ਕਰੇ ਦੂਜੇ ਧਰਮ ਦਾ, ਪਰ ਮੇਰੀਆਂ ਧੀਆਂ ਨੇ ਵਰਤ ਰੱਖਣਾ। ਤੇ ਇਹ ਰੱਖਿਓ ਵੀ ਅੱਜ ਸਵੇਰ ਤੋਂ ਸ਼ਾਮਾਂ ਤੱਕ ਮੈਂ ਫਿਲਮ ਨਹੀਂ ਵੇਖਣੀ, ਅੱਖਾਂ ਦੇ ਨਾਲ ਬਾਣੀ ਵੇਖਣੀ ਹੈ। ਅੱਜ ਮੈਂ ਕੰਨਾਂ ਦੇ ਨਾਲ ਗੰਦੇ ਗੀਤ ਨਾਟਕ ਨਹੀਂ ਸੁਣਨੇ, ਅੱਜ ਕਥਾ ਤੇ ਕੀਰਤਨ ਨਹੀਂ ਸੁਣਨਾ। ਅੱਜ ਮੈਂ ਵਰਤ ਰੱਖਣਾ ਵੀ ਆਪਣੀ ਜ਼ੁਬਾਨ 'ਚੋਂ ਸਾਰਾ ਦਿਨ ਕਿਸੇ ਨੂੰ ਮਾੜਾ ਨਹੀਂ ਕਹਿਣਾ। ਅੱਜ ਮੈਂ ਵਰਤ ਰੱਖਣਾ ਇਹ ਸਾਰਾ ਦਿਨ ਕਿ ਮੈਂ ਕਿਸੇ ਦਾ ਬੁਰਾ। ਆਹ ਵਰਤ ਜਿਹੜਾ ਰੱਖੂਗਾ ਇਹ ਦਰਗਾਹ ਤੱਕ ਪਹੁੰਚਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਵੱਡੀ ਸਾਰੀ ਸਿੱਖਿਆ ਸਾਨੂੰ ਮਿਲੀ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਿਹਰ ਕਰਨ। ਬੜੀ ਆਨੰਦ ਵਾਲੀ ਕਥਾ, ਸਮਾਂ ਸੰਪੂਰਨ ਹੋ ਚੁੱਕਾ ਹੈ। ਕੱਲ ਦੇ ਦੀਵਾਨ ਵਿੱਚ ਹੁਣ ਸਾਧੂ ਤੇ ਮਹਾਰਾਜ ਦੇ ਪਿਆਰ ਦੇ ਵਿੱਚ ਭੇਜ ਗਿਆ। ਤੇ ਹੁਣ ਮਹਾਰਾਜ ਨੇ ਆਉਣਾ ਘਰੇ, ਤੇ ਬਾਪੂ ਅੱਗੋਂ ਫੇਰ ਤਿਆਰ ਆ, ਕਿਉਂਕਿ ਬਾਪੂ ਹੋਣਾ ਵੇਖਣਾ ਵੀ ਹੱਥ 'ਚ ਛਾਪ ਨਹੀਂ ਹੈਗੀ ਤੇ ਗੜਵਾ ਕਿੱਥੇ ਹੈ। ਤੇ ਜਦੋਂ ਫਿਰ ਇਹ ਚੀਜ਼ ਵੇਖਣੀ ਤੇ ਫਿਰ ਹੁਣ ਨਾਨਕ ਦੀ ਫੇਰ ਵਾਰੀ ਆ ਜਾਣੀ। ਬਹੁਤ ਪਿਆਰਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਹਿਣਾ ਹੈ ਕਿ ਬਾਪੂ ਰਾਏ ਬੁਲਾਰ ਮੈਨੂੰ ਸੁਲਤਾਨਪੁਰ ਛੱਡਿਆ, ਆਖੋ ਸਤਨਾਮ। ਫਿਰ ਆਪਣੇ ਕੋਲ ਆਉਣਾ। ਇਹ ਵਿਧ ਬਣਦੀ ਇਤਿਹਾਸ ਦੀ ਹੈ, ਤਾਂ ਆਪ ਖੁਦ ਖੁਦਾ ਨਿਰੰਕਾਰ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬੰਦਗੀ ਵਾਲੇ ਨੂੰ ਸਾਰਾ ਕੁਝ ਹੀ ਲਟਾ ਆਉਂਦੇ ਹੈ। ਤੇ ਆਪਾਂ ਤਾਂ ਕਿਤੇ ਮਾਰੇ ਆਖੋ ਸਤਨਾਮ। ਤੈਨੂੰ ਜਿਆਦੀ ਕਾਲੀ, ਆਖੋ ਸਤਨਾਮ। ਤੁਮਾਰੇ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ। ਉਸ ਸਾਧੂ ਨੇ ਆਖਿਆ ਸਤਿਗੁਰੂ ਹੁਣ ਸ਼ਾਮਾਂ ਦਾ ਵਕਤ ਹੋਇਆ। ਮਾਰੇ ਤੁਰਨ ਲੱਗੇ ਤੇ ਸਾਧੂ ਫੇਰ ਕਹਿੰਦੇ ਪਾਤਸ਼ਾਹ ਤੁਹਾਡੀ ਮਾਂ ਤੇ ਬਾਪੂ ਨੇ ਪਿਆਰ ਨਾਲ ਬਣਾ ਕੇ ਦਿੱਤੇ ਤੁਹਾਨੂੰ, ਤੇ ਆਪਾਂ ਪਰਿਵਾਰ ਹੀ ਹੈ। ਕਥਾ ਆਪਾਂ ਇਹ ਸੁਣੀ ਵੀ ਉਧਰ ਸੋਨੇ ਦੀਆਂ ਮੁੰਦਰੀਆਂ ਵੀ ਨਹੀਂ ਫੜਦਾ, ਬਾਪੂ ਹੋਣੀ ਫੋਲੀ ਚੱਕੀ ਫਿਰਦੇ, ਆਖੋ ਸਤਨਾਮ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ। ਕਹਿੰਦੇ ਸਾਧੂ ਜੀ ਚਿੰਤਾ ਨਾ ਕਰੋ। ਕਹਿੰਦੇ ਮਹਾਰਾਜ ਮੈਨੂੰ ਚਿੰਤਾ ਹੁੰਦੀ ਵੀ ਘਰਦਿਆਂ ਨੇ ਪੁੱਛਣਾ ਹੈ ਵੀ ਛਾਪ ਕਿੱਥੇ ਹੈ। ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਹੁੰਦਾ ਸੀ, ਲਾ ਕੇ ਆਪਣੀ ਕੰਬਲੀ।
ਦੇਖ ਮਰਦਾਨਿਆ ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਦੇਖ ਮਰਦਾਨਿਆ ਰੰਗ ਕਰਤਾਰ ਜੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਦੇਖ ਮਰਦਾਨਿਆ ਰੰਗ ਕਰਤਾਰ ਜੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਬੋਲੇ ਸੋਨਿਆ। ਵਾਹਿਗੁਰੂ ਜੀ ਕਾ